ਅੱਜ ਕੋਈ ਤੁਰਿਆ ਜਾਂਦਾ ਬੰਦਾ ਕਹਿੰਦਾ ਹੈ ਕਾਮਯਾਬ ਹੋ ਰਿਹਾ, ਸੁੱਟੋ ਲੱਤ ਖਿੱਚੋ ਇਹਦੀ, ਕਿਸੇ ਤਰ੍ਹਾਂ ਗਿਰਾਓ ਇਹਨੂੰ, ਕਾਮਯਾਬ ਨਾ ਹੋਵੇ। ਤਾਂ ਜੇ ਕੋਈ ਕਾਮਯਾਬ ਹੁੰਦਾ ਤਾਂ ਲੋਕੀ ਉਹਦੀ ਨਿੰਦਿਆ ਕਰਦੇ ਆ, ਚੁਗਲੀ ਕਰਦੇ ਆ, ਉਹਦੇ ਬਾਰੇ ਬੁਰਾ ਬੋਲਣਾ ਸ਼ੁਰੂ ਕਰ ਦਿੰਦੇ ਆ, ਉਹਦੀਆਂ ਜਿਹੜੀਆਂ ਕਮੀਆਂ ਨਹੀਂ ਵੀ ਹੁੰਦੀਆਂ ਉਹ ਵੀ ਕਮੀਆਂ ਰੌਲਾ ਪਾਣੀਆਂ ਸ਼ੁਰੂ ਕਰ ਦਿੰਦੇ। ਇਹ ਇਦਾਂ ਆ ਉਦਾਂ ਆ, ਸਮਝਦੇ ਹੋ ਕਿ ਨਹੀਂ? ਇਦਾਂ ਹੀ ਕਈ ਵਾਰ ਦੱਸਿਆ ਹੈ ਕਿ ਜਦੋਂ ਅਸੀਂ ਸਤਸੰਗ ਕਰਦੇ ਆ ਨਾ, ਤਾਂ ਜੇ ਕਿਸੇ ਨੂੰ ਸਾਡੇ ਸਤਸੰਗ ਦਾ ਕੋਈ ਜਵਾਬ ਨਹੀਂ ਮਿਲਦਾ ਤਾਂ ਫਿਰ ਪਤਾ ਕੀ ਕਹਿਣਗੇ, ਲੈ ਤੁਹਾਨੂੰ ਕੀ ਪਤਾ, ਇਹ ਤਾਂ 2.5 ਲੱਖ ਦੀ ਕੁਰਸੀ ਤੇ ਬਹਿੰਦੇ ਆ। ਭਾਈ ਦੱਸ ਦਿਓ ਕਿੰਨੇ ਦੀ ਕੁਰਸੀ ਆ ਤੁਸੀਂ ਲਾਈ ਆ, ਸਾਨੂੰ ਤਾਂ ਪਤਾ ਵੀ ਨਹੀਂਗਾ। ਪਰ ਕਮੈਂਟ ਕੀ ਕਰਦੇ ਨਾ, ਇੰਨੀਆਂ ਮਹਿੰਗੀਆਂ ਕੁਰਸੀਆਂ ਤੇ ਬਹਿੰਦੇ ਆ, ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਕਵਾਂਗੇ ਇਹ ਤਾਂ ਸਾਡੇ ਪਿਆਰੇ ਦੀ ਮਰਜ਼ੀ ਹੈ, ਜੇ ਬੋਰੀ ਵਿਛਾ ਦੇਣਗੇ ਅਸੀਂ ਉੱਥੇ ਹੀ ਬੈਠਾਂਗੇ, ਜੇ ਸੋਨੇ ਦੀ ਰੱਖ ਦੇਣਗੇ ਉੱਥੇ ਹੀ ਬੈਠਾਂਗੇ, ਕਿਉਂਕਿ ਗੱਲ ਤਾਂ ਇਹਨਾਂ ਦੇ ਪਿਆਰ ਦੀ ਹੈ। ਸਾਨੂੰ ਤਾਂ ਪਤਾ ਨਹੀਂ ਸਾਡੇ ਪਿਆਰੇ ਜਿੱਥੇ ਬਿਠਾਣਗੇ, ਨਾ ਸਾਨੂੰ ਕੁਰਸੀ ਨਾਲ ਮਤਲਬ ਹੈ, ਨਾ ਸਾਨੂੰ ਤੱਪੜ ਬੋਰੀ ਨਾਲ ਮਤਲਬ ਹੈ। ਜਿਹਦਾ ਅਸੀਂ ਕੱਲ ਵੀ ਥੋੜਾ ਜਿਹਾ ਇਸ਼ਾਰਾ ਕੀਤਾ ਸੀ ਕਿ ਲੋਕ ਕੁਰਸੀ ਦੀ ਖਾਤਰ ਆਪਣਿਆਂ ਨੂੰ ਛੱਡ ਦਿੰਦੇ ਐ, ਪਰ ਤੁਸੀਂ ਇੱਕ ਵਾਰ ਕਹੋ ਤੁਹਾਡੀ ਖਾਤਰ ਕੁਰਸੀ ਛੱਡ ਦੇਵਾਂਗੇ। ਲੋਕ ਛੱਡ ਦਿੰਦੇ ਕਿ ਨਹੀਂ ਕੁਰਸੀ ਦੀ ਖਾਤਰ? ਪਾਰਟੀਆਂ ਬਦਲ ਦਿੰਦੇ ਐ ਕੁਰਸੀ ਦੀ ਖਾਤਰ। ਪਹਿਲਾਂ ਆਹ ਪਾਰਟੀ ਸੀ, ਕੋਈ ਲਾਲਚ ਦੇ ਦੇਵੇ ਆਹ ਪਾਰਟੀ, ਅੱਛਾ ਛੱਡੀ ਪਾਰਟੀ, ਪਲ ਦੇ ਵਿੱਚ ਪਾਰਟੀ ਇਦਾਂ ਬਦਲਦੀ ਜਿੱਦਾਂ ਕਮੀਜ਼ ਬਦਲ ਜਾਂਦੀ ਹੈ। ਲੋਕੀ ਕੁਰਸੀ ਦੀ ਖਾਤਰ, ਕੁਰਸੀ ਚਾਹੇ ਮਿਨਿਸਟਰ ਦੀ ਹੋਵੇ, ਰਾਜਨੀਤੀ ਦੀ ਹੋਵੇ, ਚਾਹੇ ਕਿਸੇ ਆਫਿਸ ਦੀ ਹੋਵੇ, ਕਹੋ ਤੈਨੂੰ ਮੈਨੇਜਰ ਦੀ ਕੁਰਸੀ ਤੇ ਬਿਠਾਵਾਂਗੇ, ਉਹਨੂੰ ਛੱਡ ਦੇ ਬੁਲਾਣਾ, ਲੈ ਵੀ ਛੱਡਿਆ ਉਹਨੂੰ। ਕਿਉਂਕਿ ਅੱਜ ਲੋਕਾਂ ਨੂੰ ਕੁਰਸੀ ਦੀ ਪਰਵਾਹ ਹੈ, ਰਿਸ਼ਤਿਆਂ ਦੀ, ਪਿਆਰ ਦੀ ਕੋਈ। ਪਰ ਸੱਚੀ ਗੱਲ ਹੈ, ਤੁਸੀਂ ਇੱਕ ਵਾਰ ਕਹੋ ਮਾਲਕ ਕੁਰਸੀ ਦੀ ਵਜ੍ਹਾ ਨਾਲ ਸਟੇਜ ਤੇ ਬਹਿ ਕੇ ਚੌਂਕੜੀ ਲਾ ਕੇ ਸਤਸੰਗ ਕਰੋ, ਪਰ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਹੋ ਵੀ ਕਰ ਦੇਵਾਂਗੇ ਅਸੀਂ, ਕਿਉਂਕਿ ਸਾਨੂੰ ਕੁਰਸੀ ਨਾਲ ਮਤਲਬ ਹੀ ਕੋਈ ਨਹੀਂ ਹੈ, ਸਾਨੂੰ ਮਤਲਬ ਤੁਹਾਡੇ ਨਾਲ ਹੈ। ਤੁਹਾਡੇ ਜੀਵਨ 'ਚ ਖੁਸ਼ੀ ਕਿੱਦਾਂ ਆਵੇ, ਤੁਹਾਡੇ ਜੀਵਨ 'ਚ ਆਨੰਦ ਕਿੱਦਾਂ ਆਵੇ, ਤੁਹਾਡੇ ਜੀਵਨ 'ਚ ਬਦਲਾਵ ਕਿੱਦਾਂ ਆਵੇ। ਤੁਸੀਂ ਇੱਕ ਕੋਇਲੇ ਤੋਂ ਹੀਰਾ ਕਿੱਦਾਂ ਬਣੋ, ਇੱਕ ਪੱਥਰ ਤੋਂ ਪਾਰਸ ਕਿੱਦਾਂ ਬਣੋ, ਉਹਦੀ ਤਰਫ ਸਾਡਾ ਧਿਆਨ ਹੈ। ਆ ਕੁਰਸੀਆਂ ਦੀ ਤਰਫ ਤਾਂ ਸਾਡਾ ਧਿਆਨ ਹੀ ਨਹੀਂ ਹੈ, ਖਿਆਲ ਹੀ ਨਹੀਂ ਹੈ। ਇਸ ਲਈ ਬੁੱਲੇ ਸ਼ਾਹ ਕੀ ਕਹਿੰਦੇ ਐ ਕਿ ਇੱਕ ਦੂਜੇ ਨੂੰ ਸੁੱਟਦਾ ਫਿਰਦਾ ਤੇ ਕਦੀ ਕਿਸੇ ਨੂੰ ਗਿਰਾਉਣ ਦੀ ਕੋਸ਼ਿਸ਼ ਨਾ ਕਰੋ। ਅਗਰ ਦੁਨੀਆ ਤੇ ਅਸੀਂ ਖੁਸ਼ੀਆਂ ਦੇਖਣਾ ਚਾਹੁੰਦੇ ਹਾਂ, ਕਾਮਯਾਬੀ ਦੇਖਣਾ ਚਾਹੁੰਦੇ, ਤਾਂ ਇੱਕ ਗੱਲ ਯਾਦ ਰੱਖੋ, ਪਤਾ ਕਿਹੜੀ? ਉਹ ਗੱਲ ਯਾਦ ਰੱਖਣੀ ਕਿ ਲੱਤ ਖਿੱਚਣ ਦੀ ਬਜਾਏ ਦੂਜੇ ਦਾ ਹੱਥ ਫੜਨਾ ਸ਼ੁਰੂ ਕਰ ਦਿਓ। ਕਿਉਂਕਿ ਜਦੋਂ ਲੱਤ ਖਿੱਚਦੇ ਆ ਤਾਂ ਲੱਤ ਉਹੀ ਖਿੱਚੇਗਾ ਜਿਹੜਾ ਆਪ ਥੱਲੇ ਹੋਏਗਾ, ਤਾਂ ਜਦੋਂ ਹੱਥ ਖਿੱਚਾਂਗੇ ਹੱਥ ਉਹੀ ਖਿੱਚੇਗਾ ਜਿਹੜਾ ਆਪ ਉੱਪਰ ਹੋਏਗਾ। ਅਗਰ ਤੁਸੀਂ ਹੱਥ ਖਿੱਚਣ ਵਾਲਿਆਂ ਚੋਂ ਬਣੋਗੇ ਤਾਂ ਰੱਬ ਤੁਹਾਨੂੰ ਉੱਚਾ ਕਰ ਦੇਵੇਗਾ। ਤਾਂ ਜੇ ਤੁਸੀਂ ਲੱਤਾਂ ਖਿੱਚਣ ਵਾਲੇ ਬਣੇ ਤਾਂ ਰੱਬ ਨੇ ਕਹਿਣਾ ਰਹਿ ਸਦਾ ਠੋਕਰਾਂ 'ਚ, ਕਿਉਂਕਿ ਤੂੰ ਹੈ ਹੀ ਲੱਤਾਂ ਦੇ ਲਾਇਕ। ਫਿਰ ਲੱਤਾਂ ਹੀ ਪੈਣਗੀਆਂ, ਇੱਥੇ ਦੁਨੀਆ ਦੇ ਲੱਤਾਂ ਪੈਣਗੀਆਂ, ਉੱਥੇ ਜਮਾਂ ਦੀਆਂ ਲੱਤਾਂ ਪੈਣਗੀਆਂ। ਔਰ ਜਿਹੜਾ ਹੱਥ ਖਿੱਚੇਗਾ, ਫਰਜ਼ ਕਰੋ ਤੁਸੀਂ ਕਿਸੇ ਗਿਰੇ ਹੋਏ ਨੂੰ ਬਾਹ ਫੜ ਕੇ ਉਠਾਓਗੇ, ਕਿਸੇ ਗਰੀਬ ਦੀ ਮਦਦ ਕਰੋਗੇ। ਜੇ ਤੁਸੀਂ ਕਿਸੇ ਦਾ ਹੱਥ ਫੜੋਗੇ ਤਾਂ ਤੁਹਾਡਾ ਮਾਲਿਕ ਕੀ ਕਹੇਗਾ, ਓਏ ਤੂੰ ਗਿਰੇ ਹੋਏ ਨੂੰ ਹੱਥ ਫੜ ਕੇ ਉਠਾਇਆ, ਤਾਂ ਆਜਾ ਆਪਣਾ ਹੱਥ ਮੇਰੇ ਹੱਥ 'ਚ ਦੇ ਕਿ ਮੈਂ ਵੀ ਤੇਰਾ ਹੱਥ ਫੜ ਕੇ ਤੈਨੂੰ ਉਚਾਈ ਤੇ ਲੈ ਕੇ ਜਾਣਾ। ਤਾਂ ਜੇ ਅਸੀਂ ਕਿਸੇ ਦੀ ਲੱਤ ਫੜ ਕੇ ਖਿੱਚੀਏ ਤਾਂ ਫਿਰ ਰੱਬ ਨੇ ਵੀ ਕੀ ਕਹਿਣਾ ਹੈ ਕਿ ਤੂੰ ਦੂਜਿਆਂ ਨੂੰ ਗਿਰਾਉਂਦਾ ਆ ਗਿਆ, ਜਾਂ ਹੁਣ ਮੈਂ ਤੈਨੂੰ ਐਸੀ ਜਗ੍ਹਾ ਗਿਰਾਣਾ ਹੈ ਕਿ ਮੁੜ ਕੇ ਕਦੀ ਉੱਠ ਪਾਏਗਾ ਹੀ ਨਹੀਂ। ਇਸ ਲਈ ਜਿਹਨੂੰ ਉਹ ਉਠਾਵੇ, ਇੱਜ਼ਤ ਉਹਨੂੰ ਮਿਲਦੀ ਹੈ, ਕਾਮਯਾਬੀ ਉਹਨੂੰ ਮਿਲਦੀ ਹੈ, ਸਫਲਤਾ ਉਹਨੂੰ ਮਿਲਦੀ ਹੈ। ਤਾਂ ਜਿਹੜਾ ਦੁਨੀਆ ਨੂੰ ਗਿਰਾਉਣ 'ਚ ਲੱਗ ਜਾਂਦਾ ਹੈ ਤਾਂ ਫਿਰ ਰੱਬ ਕਦੀ ਉਹਨੂੰ ਉੱਠਣ ਵੀ ਨਹੀਂ ਦਿੰਦਾ। ਕਹਿੰਦੇ ਹੁਣ ਤੂੰ, ਤੇਰੀ ਸੋਚ ਗਿਰੀ ਹੋਈ ਹੈ, ਤਾਂ ਜਿਹਦੀ ਸੋਚ ਗਿਰੀ ਹੋਈ ਹੋਵੇ ਆਪ ਵੀ ਇੱਕ ਦਿਨ ਜ਼ਰੂਰ ਗਿਰਦਾ ਹੈ। ਤਾਂ ਜਿਹਦੀ ਸੋਚ ਉੱਚੀ ਹੋਵੇ, ਵਿਸ਼ਵਾਸ ਵਾਲੀ, ਯਕੀਨ ਵਾਲੀ, ਪਿਆਰ ਵਾਲੀ, ਤਾਂ ਫਿਰ ਪ੍ਰਮਾਤਮਾ ਉਹਨੂੰ ਬਹੁਤ ਉਚਾਈ ਤੇ ਲੈ ਜਾਂਦਾ ਹੈ। ਹੁਣ ਮੁਇਨੁਦੀਨ ਦੀ ਸੋਚ ਕੀ ਸੀ, ਉਹ ਫਕੀਰ ਦੀ ਸੋਚ ਕੀ ਸੀ ਕਿ ਜਿਹੜਾ ਤੁਹਾਡੇ ਵਰਗੇ ਠਗਾਂ ਨੂੰ ਦੇ ਸਕਦਾ ਜੰਗਲ 'ਚ ਬੈਠਿਆਂ ਨੂੰ, ਤੁਸੀਂ ਉਹਨੂੰ ਯਾਦ ਨਹੀਂ ਕਰਦੇ, ਤਾਂ ਫਿਰ ਮੈਂ ਤਾਂ ਉਹਦਾ ਆਸ਼ਿਕ ਹਾਂ, ਮੈਨੂੰ ਇੰਨਾ ਵਿਸ਼ਵਾਸ ਹੈ ਉਹ ਹਰ ਜਗ੍ਹਾ ਮੇਰੀ ਹਰ ਜ਼ਰੂਰਤ ਨੂੰ ਪੂਰਾ। ਤਾਂ ਹੁਣ ਤੁਸੀਂ ਕੌਣ ਹੋ ਕਿ ਨਹੀਂ ਮਾਲਿਕ ਦੇ ਆਸ਼ਿਕ? ਉਹਦੇ ਨਾਲ ਪਿਆਰ ਕਰਦੇ ਹੋ ਨਾ ਰੱਬ ਨਾਲ। ਚਾਹੇ ਅਸੀਂ ਮਾਲਿਕ ਕਹਿ ਲਈਏ, ਪਰਮਾਤਮਾ ਕਹਿ ਲਈਏ, ਭਗਵਾਨ ਕਹਿ ਲਈਏ, ਪ੍ਰਭੂ ਕਹਿ ਲਈਏ, ਵਾਹਿਗੁਰੂ ਕਹਿ ਲਈਏ, ਅੱਲਾ ਕਹਿ ਲਈਏ, ਨਾਮ ਉਹਦੇ ਹੀ ਹੈ ਸਾਰੇ। ਹੁਣ ਜੇ ਅਸੀਂ ਆਪਣੇ ਮਾਲਿਕ ਨਾਲ ਪਿਆਰ ਕਰਦੇ ਹਾਂ ਤਾਂ ਫਿਰ ਸਾਨੂੰ ਵੀ ਭਰੋਸਾ ਹੋਣਾ ਚਾਹੀਦਾ ਕਿ ਜਿਹੜਾ ਸਾਰੀ ਦੁਨੀਆ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ, ਉਹ ਮੈਂ ਤਾਂ ਆਪਣੇ ਮਾਲਿਕ ਨਾਲ ਇੰਨਾ ਪਿਆਰ ਕਰਦਾ, ਇੰਨਾ ਵਿਸ਼ਵਾਸ ਕਰਦਾ ਹਾਂ, ਤਾਂ ਮੇਰੀਆਂ ਜ਼ਰੂਰਤਾਂ ਕਿਉਂ ਨਹੀਂ ਪੂਰੀਆਂ ਕਰੇਗਾ? ਉਹ ਮੇਰੇ ਤੇ ਰਹਿਮਤਾਂ ਕਿਉਂ ਨਹੀਂ ਕਰੇਗਾ? ਉਹ ਮੇਰੀਆਂ ਝੋਲੀਆਂ ਖੁਸ਼ੀਆਂ ਨਾਲ ਕਿਉਂ ਨਹੀਂ ਭਰੇਗਾ? ਗੱਲ ਵਿਸ਼ਵਾਸ ਦੀ, ਗੱਲ ਯਕੀਨ ਦੀ ਹੈ ਸਾਰੀ। ਸੋ ਇਹਨਾਂ ਫਕੀਰਾਂ ਦੇ ਜੀਵਨ 'ਚ ਇਹੀ ਪਤਾ ਲੱਗਦਾ ਹੈ ਕਿ ਆਉਣ ਵਾਲੀ ਜ਼ਿੰਦਗੀ ਦੀ
फिक्र ना करो, विश्वास रखो कि मैं नेकी करनी है, मैं अच्छाई करनी है। और जेड़ा अपने रब ते यकीन करके विश्वास करके नेकी दे मार्ग ते तुरदा है, दूजियां नूं उठाउण दी कोशिश करदा है, फिर वो रब भी कदी उहनूं गिरन दिंदा ही नहीं है। समझदे हो कि नहीं? इसलिए एक दूजे नूं की क्या बुल्ले शाह ने आवाज दे दिओ, याद है कि नहीं? एक दूजे नूं सुटदा फिरदा, कदी मन दा कूड़ा सुटिया ही नहीं। दूजियां नूं सुटन दी कोशिश करदा, वो अपने अंदर झाती मार किन्ना कूड़ा लैके बैठा है, किन्नी गंदगी अंदर लैके बैठा है, किन्नियां बुरियां सोचां अपने अंदर लैके बैठा है। आ नफरत दी, आ क्रोध दी, आ बुरी सोच, ये नैगेटिव सोच, हर वेले नकारात्मक सोचना, हर वेले माड़ा सोचना, जे सुटना ही है तो किसी दूजे नूं नहीं, अपने अंदर दियां बुराइयां नूं सुट। तेरे अंदर जो तू नशे लैके बैठा है, बुरियां सोचां लैके बैठा है, बुरियां आदतां लैके बैठा है, अपनियां इन्हां बुरियां आदतां नूं गिराना है। समझदे हो कि नहीं? हुण जरा आप सोच के देखो कि जे बंदा अपनी जेब दे विच बिच्छू लैके तुरे तो फिर सानू किहड़ी चीज गिरानी? किसी बंदे नूं गिराण नाल ध्यान देना चाहिए जां बिच्छू जेब च होवे उहनूं पहलां गिराना चाहिए सानू? क्योंकि असीं बंदे नूं गिराण च लगे तो बिच्छू सानू डंगी जावे, आप तड़फी जाइए तां काहदी समझदारी है? अज बंदा दूजे नूं गिरांदा है, ये सोचदा है कि शायद ये बंदा मेरे दुखों का कारण है, इनू गिरावां। नहीं, कोई किसी के दुखों का कारण नहीं है। इंसान के दुखों का कारण उहदियां बुरियां आदतां है तो उहदी बुरी सोच है। हुण इहनूं इदां ही समझ लो कि दो आदमी तुरे जा रहे, दोस्त भी नहीं कहना, दो आदमी तुरे जा रहे हैं। हुण एक बंदे दे जेब च कंडे है, वो कंडे उहनूं अंदरों अंदर चुभी जाते हैं, तो सोचदा की है, आ झबो रिहा जिहड़ा नाल तुरिया है, इहनूं किसी तरह तकलीफ देवां, ਉਹਦੇ ਨਾਲ ਲੜਨਾ ਸ਼ੁਰੂ ਕਰ ਦੇਵੇ, ਉਹਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦੇਵੇ ਕਿ ਇਹਦੀ ਵਜ੍ਹਾ ਨਾਲ ਮੈਨੂੰ ਦੁੱਖ ਮਿਲ ਰਿਹਾ ਹੈ, ਤਾਂ ਜਵਾਬ ਦੇਣਾ ਚ ਸਮਝਦਾਰੀ ਹੈ ਕੋਈ? ਇਹ ਚ ਕੋਈ ਸਮਝਦਾਰੀ ਹੈ? ਨਹੀਂ ਨਾ, ਕਿਉਂਕਿ ਪਤਾ ਹੈ ਜੇ ਮੇਰੇ ਕੰਡੇ ਚੁੱਭ ਰਹੇ ਤੇ ਇਹਦਾ ਕਾਰਨ ਇਹ ਦੋਸਤ ਨਹੀਂ ਹੈ, ਇਹਦਾ ਕਾਰਨ ਹੈ ਮੈਂ ਆਪ ਹੀ ਆਪਣੇ ਹੱਥੀ ਆਪਣੀ ਜੇਬ ਚੋਂ ਕਾਂਟੇ ਉਹ ਕੰਡੇ ਰੱਖੇ ਹੋਏ ਆ ਜਿਹੜੇ ਮੈਨੂੰ ਤਕਲੀਫ ਦੇ ਰਹੇ ਆ। बस इसी तरह याद रखो कि दुनिया ते कोई किसी को तकलीफ दुख नहीं दे सकता। जिहड़ियां इंसान दियां बुरियां आदतां बुरियां सोचां हुंदियां है, यही इंसान नूं कंडियां की तरह चुभदियां है, तां दोष बंदा दूजियां नूं दिंदा है कि लै भी ओहदी वजह नाल मैं दुखी हां। इसलिए बुल्ले शाह ने कहा, एक दूजे नूं सुटदा फिरदा ओ कदी मन दा कूड़ा सुटिया ही नहीं। इसलिए दूजे नूं गिराण दी बजाए आ जिहड़ा तेरे अंदर ना एक कूड़ इकट्ठा होया है, कहते ना छड्ड ख्वाहिशां जग जहान कूड़ा रे, एक कूड़ जिहड़ा इकट्ठा कीता होया है, वो कहते ए कूड़ नूं छड्ड। गुरबाणी भी की कहंदी है, कूड़ राजा कूड़ प्रजा, दसिया ना, वो कहते कूड़ दा पसारा है। इसलिए ये दसन चाहया कि अपने अंदरों बुरियां आदतां दा कूड़ा, बुराइयां दा कूड़ा, नफरत दा कूड़ा, तेरी मेरी दा कूड़ा, जातां पातां दा कूड़ा, आ जिहड़ा सानू वंड के बैठा ना, ਜਿਹੜੀਆਂ ਚੀਜ਼ਾਂ ਸਾਨੂੰ ਵੰਡ ਦਿੰਦੀਆਂ ਹੈ, ਇਹ ਵੀ ਕੂੜ ਹੀ ਹੈ ਜੋ ਇਨਸਾਨ ਨੂੰ ਇਨਸਾਨ ਤੋਂ ਜੁਦਾ ਕਰ ਦਿੰਦੀ ਹੈ। ਚਾਹੇ ਉਹ ਧਰਮ ਹੋਵੇ, ਜਾਤ ਹੋਵੇ, ਚਾਹੇ ਉਹ ਕਿਸੇ ਤਰ੍ਹਾਂ ਦੇ ਵੀ ਵਿਤਕਰੇ ਹੋਣ, ਇਹ ਸਾਰੇ ਸੁੱਟੋ, ਗਿਰਾਓ ਇਹਨਾਂ ਕੂੜੀਆਂ ਗੱਲਾਂ ਨੂੰ, ਤਾਂ ਕਿ ਸਾਡਾ ਦਿਲ ਸਾਫ਼ ਹੋ ਸਕੇ। ਕਿਉਂਕਿ ਜਿਹਦਾ ਦਿਲ ਸਾਫ਼ ਹੈ ਫਿਰ ਰੱਬ ਦੇ ਘਰ ਤੱਕ ਪਹੁੰਚਦਾ ਵੀ ਉਹੀ ਹੈ। ਇਸ ਲਈ ਬੁੱਲੇ ਸ਼ਾਹ ਕਹਿੰਦੇ ਲੋਕਾਂ ਨੂੰ ਨਾ ਸੁੱਟ, ਆਪਣੇ ਅੰਦਰਲੇ ਉਹ ਕੂੜ ਨੂੰ ਸੁੱਟ, ਆਪਣੇ ਅੰਦਰਲੀਆਂ ਬੁਰਾਈਆਂ ਨੂੰ ਕੱਢ ਬਾਹਰ, अपने मन चो ये बेकार दियां बुरियां आदतां नूं कढ। इसलिए अगली लाइन च की कहंदे, जरा गौर करना कि एक दूजे नूं सुटदा फिरदा ओ कदे मन दा कूड़ा सुटिया ही नहीं, जो छड्ड जाना उस नूं लुटदा, रहमत दा खजाना तू लुटिया ही नहीं। कहंदे जरा सोच, अज लुट किहड़ा चीज़ां नूं दौड़ दौड़ के इहनूं लुट लो, पर कहंदे आ जो तू लुट रहा ना, इकट्ठा कर रहा, एक दिन सब कुछ छड्ड के जाना है। जरा अखां बंद करके एक मिनट वास्ते सोच के देख लो कि जदों मौत होनी तो नाल की लै जाना मैं, किहड़ी चीज़ मेरे नाल चलनी है उस वेले, किहड़ी चीज़ मेरे नाल जानी है। इसलिए समझना जरा सारिਆਂ ने, तां ही ਉਹ ਕਹਿੰਦੇ जो छड्ड जाना उस नूं लुटदा, रहमत दा खजाना लुटिया ही नहीं। ਉਹ ਜੇ लुटना तो रहमतां दा खजाना लुट, अच्छाइयां दा खजाना लुट, नेकियां दा खजाना लुट, क्योंकि ये रहमतां ही तेरे नाल उत्थे तक जानियां है। बोलो समझदे हो कि नहीं? जिद्दां कि सेठ दी कहानी दसी दी ना, अज रहमत दी गल चली तो कहानी सानू याद आ गई, असीं दसना चाहांगे। एक सेठ सी, और फिर कहांगे ये सिर्फ वो सेठ दी कहानी नहीं है, साडी सारियां दी कहानी है।
जरा समझना सारिਆਂ ने, ਇਹ ਕਹਾਣੀ ਸਿਰਫ ਸੇਠ ਦੀ ਨਹੀਂ, ਸਾਡੀ ਸਾਰਿਆਂ ਦੀ ਹੈ। ਪਰ ਇਹ ਸੇਠ ਦੀ ਕਹਾਣੀ ਤੋਂ ਪਹਿਲਾਂ ਉਹ ਜੋਰੀ ਵਾਲੀ ਕਹਾਣੀ ਨੂੰ ਪੂਰਾ ਕਰ ਦਈਏ। ਇੱਕ ਆਦਮੀ ਗਿਆ ਕਿਹਦੀ ਦੁਕਾਨ ਤੇ? ਜੋਰੀ ਦੀ ਦੁਕਾਨ ਤੇ, ਕਿਉਂਕਿ ਉਸਨੇ ਲੈਣਾ ਸੀ ਆਪਣੀ ਅੰਗੂਠੀ ਵਾਸਤੇ ਇੱਕ ਬਹੁਤ ਕੀਮਤੀ ਹੀਰਾ। ਹੁਣ ਜਦੋਂ ਜੋਰੀ ਨੂੰ ਕਿਹਾ ਉਸਨੇ ਕਿ ਕੋਈ ਅੱਛਾ ਜਿਹਾ ਹੀਰਾ ਦਿਖਾਓ, ਤਾਂ ਜੋਰੀ ਨੇ ਸਾਹਮਣੇ ਸਜਾ ਕੇ ਰੱਖੇ ਹੋਏ ਆ। ਕਹਿੰਦੇ ਦੇਖੋ ਤੁਹਾਡੇ ਸਾਹਮਣੇ ਤਰ੍ਹਾਂ ਤਰ੍ਹਾਂ ਦੇ ਹੀਰੇ ਪਏ ਹੋਏ ਆ, ਅਲੱਗ-ਅਲੱਗ ਵਜਨ ਦੇ ਪਏ ਆ, ਛੋਟਾ ਵੀ ਹੈ, ਬੜਾ ਵੀ ਹੈ, ਬਾਕੀ ਹਰ ਤਰ੍ਹਾਂ ਦਾ ਮੋਤੀ, ਹਰ ਤਰ੍ਹਾਂ ਦਾ ਨਗ ਤੁਹਾਡੇ ਸਾਹਮਣੇ ਹੈ। ਜਦੋਂ ਉਸ ਸੇਠ ਨੇ ਨਜ਼ਰ ਮਾਰੀ ਤਾਂ ਕੀ ਦੇਖਿਆ? ਮਾਣਿਕ ਹੈ, ਮੋਤੀ ਹੈ, ਹੀਰੇ ਹੈ, ਪੰਨੇ ਹੈ, ਸਾਰਾ ਕੁਝ ਹੈ। ਪਰ ਇੱਕ ਪਾਸੇ ਇੱਕ ਪੱਥਰ ਹੈ, ਔਰ ਉਹ ਪੱਥਰ ਇਦਾਂ ਦਾ ਹੈ ਕਿ ਜਿਹਦੇ 'ਚ ਨਾ ਕੋਈ ਚਮਕ ਹੈ ਤਾਂ ਨਾ ਹੀ ਉਹ ਦੇਖਣ ਨੂੰ ਕੀਮਤੀ ਲੱਗਦਾ ਹੈ। ਤਾਂ ਉਸ ਵੇਲੇ ਉਸ ਸੇਠ ਨੇ ਪੁੱਛਿਆ ਜੋਰੀ ਨੂੰ, ਕਹਿੰਦਾ ਮਹਾਰਾਜ ਆ ਇੰਨੇ ਕੀਮਤੀ ਰਤਨਾਂ ਵਿੱਚ ਤੁਸੀਂ ਆ ਪੱਥਰ ਕਿਉਂ ਰੱਖਿਆ ਹੋਇਆ ਹੈ, ਜਿਹੜਾ ਦੇਖਣ ਨੂੰ ਵੀ ਬੇਕਾਰ ਜਿਹਾ ਲੱਗਦਾ ਹੈ? ਇਹ ਪੱਥਰ ਨੂੰ ਕਿਉਂ ਰੱਖਿਆ ਹੈ? ਤਾਂ ਉਸ ਲਈ ਜੋਰੀ ਮੁਸਕਰਾਇਆ, ਕਹਿੰਦਾ ਸੇਠ ਜੀ ਇੱਕ ਮਿੰਟ ਰੁਕੋ, ਇੱਕ ਮਿੰਟ ਰੁਕੋ, ਇਹ ਕੋਈ ਸਧਾਰਨ ਪੱਥਰ ਨਹੀਂ ਹੈ, ਇੱਕ ਮਿੰਟ ਰੁਕੋ। ਕਹਿ ਕੇ ਉਹਨਾਂ ਉਸ ਪੱਥਰ ਨੂੰ ਕੱਢਿਆ ਔਰ ਕੱਢ ਕੇ ਆਪਣੇ ਹੱਥ ਜਿੱਦਾਂ ਪਕੜ ਲਿਆ, ਔਰ ਹੱਥ 'ਚ ਪਕੜ ਕੇ ਜਦੋਂ ਦੁਬਾਰਾ ਉਸ ਨੂੰ ਟੇਬਲ ਤੇ ਰੱਖਿਆ, ਜਦੋਂ ਸੇਠ ਨੇ ਦੇਖਿਆ ਹੈਰਾਨ ਰਹਿ ਗਿਆ, ਪੱਥਰ ਤਾਂ ਚਮਕ ਰਿਹਾ ਹੈ, ਪੱਥਰ ਦਾ ਰੰਗ ਹੀ ਬਦਲ ਗਿਆ, ਉਹ ਚਮਕ ਰਿਹਾ ਹੈ। ਉਹ ਸੇਠ ਕਹਿੰਦਾ ਜੋਰੀ ਸਾਹਿਬ ਇਹ ਕੀ ਚੀਜ਼ ਹੈ? ਪਹਿਲਾ ਪੱਥਰ ਸੀ, ਹੁਣ ਬੜੀ ਚਮਕ ਰਹੀ ਹੈ, ਹੁਣ ਤਾਂ ਬੜਾ ਦੇਖਣ ਨੂੰ ਸੋਹਣਾ ਲੱਗ ਰਿਹਾ ਹੈ, ਕੀ ਇਹ? ਤਾਂ ਉਸ ਵੇਲੇ ਉਹ ਜੋਰੀ ਕਹਿੰਦਾ ਸੇਠ ਜੀ ਇਹ ਕੋਈ ਸਧਾਰਨ ਪੱਥਰ ਨਹੀਂ ਹੈ, ਇਹ ਪੱਥਰ ਦਾ ਨਾਮ ਹੈ ਪੋਲਕੀ। ਕੀ ਨਾਮ ਹੈ ਇਹਦਾ? ਜਿਹਦਾ ਮਾਣਿਕ ਹੁੰਦਾ ਨਾ ਲਾਲ ਰੰਗ ਦਾ, ਜਾਂ ਹੀਰਾ ਅਸੀਂ ਦੇਖਦੇ ਆ, ਜਾਂ ਮੋਤੀ ਦੇਖਦੇ, ਇਹਦੇ ਪੋਲਕੀ ਵੀ ਇੱਕ ਰਤਨ ਹੈ। ਉਹ ਕਹਿੰਦੇ ਆ ਪੋਲਕੀ, ਔਰ ਪੋਲਕੀ ਦੀ ਖਾਸੀਅਤ ਇਹ ਹੈ ਕਿ ਇਹਨੂੰ ਉਦਾਂ ਪਿਆ ਰਹਿਣ ਦੋ ਤਾਂ ਸਧਾਰਨ ਹੀ ਲੱਗਦਾ ਹੈ, ਜਿਹਦਾ ਨਾਰਮਲ ਪੱਥਰ ਹੁੰਦਾ ਹੈ। ਪਰ ਜਿੱਦਾਂ ਹੀ ਇਹ ਕਿਸੇ ਇਨਸਾਨ ਦੇ ਹੱਥ 'ਚ ਜਾਂਦਾ ਹੈ, ਕਿਸੇ ਇਨਸਾਨ ਦੇ ਹੱਥ ਦੀ ਗਰਮੀ ਇਹਨੂੰ ਮਿਲਦੀ ਹੈ, ਤਾਂ ਇਹਦਾ ਅਸਰ ਬਦਲ ਜਾਂਦਾ ਹੈ, ਇਹਦੇ ਅੰਦਰ ਥੋੜੀ ਜਿਹੀ ਚਮਕ ਆ ਜਾਂਦੀ ਹੈ। ਜਰਾ ਸਮਝਣਾ ਸਾਰਿਆਂ, ਇਹਦੀ ਚਮਕ ਆ ਜਾਂਦੀ ਹੈ। ਸੇਠ ਕਹਿੰਦਾ ਅੱਛਾ ਇਹ ਪੋਲਕੀ ਇਦਾਂ ਹੈ? ਉਹ ਕਹਿੰਦੇ ਹਾਂ, ਪਰ ਇਹਨੂੰ ਜ਼ਰੂਰਤ ਪੈਂਦੀ ਹੈ ਕਿਸੇ ਨਾ ਕਿਸੇ ਦੇ ਸਪਰਸ਼ ਦੀ। ਹੁਣ ਇਹ ਕਹਾਣੀ ਤੁਹਾਨੂੰ ਕਿਉਂ ਦੱਸੀ? ਕਿਉਂਕਿ ਸਾਨੂੰ ਵੀ ਜੀਵਨ 'ਚ ਮੁਰਸ਼ਦ ਦੀ ਲੋੜ ਕਿਉਂ ਹੈ, ਜੀਵਨ 'ਚ ਗੁਰੂ ਦੀ ਲੋੜ ਕਿਉਂ ਹੈ? ਕਿਉਂਕਿ ਹਰ ਇਨਸਾਨ ਜਦੋਂ ਜਨਮ ਲੈਂਦਾ ਤਾਂ ਪੋਲਕੀ ਦੀ ਤਰ੍ਹਾਂ ਹੀ ਹੁੰਦਾ ਹੈ। ਹੁਣ ਜੇ ਉਹ ਚਾਹੁੰਦਾ ਹੈ ਕਿ ਮੇਰੇ ਅੰਦਰ ਵੀ ਚਮਕ ਆਵੇ, ਮੇਰੇ ਅੰਦਰ ਦਾ ਵੀ ਜੋ ਇੱਕ ਨੂਰ ਪਰਮਾਤਮਾ ਨੇ ਰੱਖਿਆ ਹੈ, ਜੋ ਇੱਕ ਪ੍ਰਕਾਸ਼ ਪਰਮਾਤਮਾ ਨੇ ਸਾਡੇ ਅੰਦਰ ਰੱਖਿਆ ਹੋਇਆ ਹੈ ਨਾ, ਉਹ ਮੇਰੇ ਅੰਦਰਲਾ ਪ੍ਰਕਾਸ਼ ਵੀ ਪ੍ਰਗਟ ਹੋਵੇ, ਤਾਂ ਫਿਰ ਜਿੱਦਾਂ ਉਹ ਕਹਿੰਦੇ ਪੋਲਕੀ ਨੂੰ ਕਿਸੇ ਨਾ ਕਿਸੇ ਦੇ ਸਪਰਸ਼ ਦੀ ਲੋੜ ਹੈ, ਫਿਰ ਉਹਦੀ ਅੰਦਰਲੀ ਚਮਕ ਬਾਹਰ ਆਉਂਦੀ ਹੈ। ਤਾਂ ਇਦਾਂ ਇਨਸਾਨ ਰੂਪੀ ਪੋਲਕੀ ਨੂੰ ਸਤਿਗੁਰ ਦੇ ਸਪਰਸ਼ ਦੀ ਲੋੜ ਹੈ, ਕਿਉਂਕਿ ਸਤਿਗੁਰ ਨਾਲ ਜੁੜ ਕੇ ਹੀ ਉਹਦੇ ਜੀਵਨ ਦੇ ਵਿੱਚ ਵੀ ਚਮਕ ਆ ਜਾਂਦੀ ਹੈ, ਉਹਦਾ ਜੀਵਨ ਬਦਲ ਜਾਂਦਾ ਹੈ। ਤਾਂ ਤਾਂ ਦੱਸਿਆ ਨਾ ਬਾਦशाहों से मिलती है ना अमीरों से मिलती है, जो जिंदगी को बदल देती है वो रहमत तो फकीरों से मिलती है। कि ਜਦੋਂ ਇਨਸਾਨ ਫਕੀਰਾਂ ਦੇ ਨਾਲ ਜੁੜਦਾ, ਜਿੱਦਾਂ ਬੰਦਾ ਕਹਿੰਦਾ ਮੈਂ ਫੜ ਲਿਆ ਆਪਣੇ ਮੁਰਸ਼ਦ ਦਾ ਹੱਥ, ਮੈਂ ਫੜ ਲਿਆ ਆਪਣੇ ਸਤਿਗੁਰ ਦਾ ਹੱਥ, ਜਾਂ ਮੈਂ ਆਪਣੀ ਜੀਵਨ ਦੀ ਜ਼ਿੰਦਗੀ ਆਪਣੇ ਸਤਿਗੁਰ ਦੇ ਹੱਥ ਦੇ ਦਿੱਤੀ, ਤਾਂ ਜਿਹੜਾ ਜੀਵਨ ਆਪਣਾ ਸਤਿਗੁਰ ਦੇ ਹੱਥ ਵਿੱਚ ਦੇ ਦਿੰਦਾ, ਫਿਰ ਉਹਦੇ ਜੀਵਨ 'ਚ ਚਮਕ ਵੀ ਜ਼ਰੂਰ ਆਉਂਦੀ, ਉਹਦੇ ਜੀਵਨ 'ਚ ਬਦਲਾਅ ਵੀ ਫਿਰ ਜ਼ਰੂਰ ਆਉਂਦਾ ਹੈ। ਇਸ ਲਈ ਤੁਸੀਂ ਥੋੜਾ ਚੈੱਕ ਕਰਨਾ ਹੈ ਕਿ ਤੁਹਾਡਾ ਜੀਵਨ ਕਿਹਦੇ ਹੱਥ ਵਿੱਚ ਹੈ, ਔਰ ਫਿਰ ਕਵਾਂਗੇ ਬੁਰਿਆਂ ਦੇ ਹੱਥ ਵਿੱਚ ਦੇਵਾਂਗੇ ਤਾਂ ਜੀਵਨ ਕੀ ਹੋ ਜਾਏਗਾ? ਫਿਰ ਬਰਬਾਦ ਹੋ ਜਾਏਗਾ। ਅੱਛਿਆਂ ਦੇ ਹੱਥ ਵਿੱਚ ਦੇਵਾਂਗੇ, ਚੰਗਿਆਂ ਦੇ ਹੱਥ ਵਿੱਚ ਦੇਵਾਂਗੇ, ਤਾਂ ਫਿਰ ਜੀਵਨ ਕੀ ਹੋਏਗਾ? ਇੱਕ ਵਾਰ ਨਾ ਪਿਕਾਸੋ ਦਾ ਨਾਮ ਤੁਸੀਂ ਸੁਣਿਆ ਹੋਵੇਗਾ, ਬਹੁਤ ਬੜੇ ਚਿੱਤਰਕਾਰ ਹੈ ਪਿਕਾਸੋ, ਬਹੁਤ ਬੜੇ। ਔਰ ਅੱਜ ਕੱਲ ਤਾਂ ਜਿੱਦਾਂ ਅੱਜ ਕੱਲ ਉਹਨਾਂ ਦੀ ਪੇਂਟਿੰਗ ਖਰੀਦਣੀ ਹੋਵੇ ਨਾ ਪਿਕਾਸੋ ਦੀ, ਤਾਂ ਕਹਿੰਦੇ ਕਈ ਹਜ਼ਾਰ ਕਈ ਲੱਖ ਯੂਰੋ ਦੀ ਮਿਲਦੀ ਹੈ, ਯਾਨੀ ਕੋਈ ਸਸਤੀ ਨਹੀਂ ਮਿਲਦੀ। ਤਾਂ ਇੱਕ ਵਾਰ ਕਿਸੇ ਨੇ ਪਿਕਾਸੋ ਨੂੰ ਪੁੱਛਿਆ, ਕਿਉਂਕਿ ਪਿਕਾਸੋ ਪੇਂਟਰ ਦੇ ਨਾਲ ਨਾਲ ਬੜੇ ਦਾਰਸ਼ਨਿਕ ਵੀ ਸੀ, ਗੱਲਾਂ ਵੀ ਬੜੀਆਂ ਸਮਝਾਉਣ ਵਾਲੀਆਂ ਕਰਦੇ ਸੀ, ਗੱਲਾਂ ਵੀ ਬੜੀਆਂ ਪਿਆਰੀਆਂ ਕਰਦੇ ਸੀ। ਇੱਕ ਵਾਰ ਔਰ ਪਿਕਾਸੋ ਦੀ ਇਹ ਵੀ ਮੰਨਣਾ ਸੀ ਕਿ ਜੀਵਨ 'ਚ ਗੁਰੂ ਦਾ ਹੋਣਾ, ਮਾਸਟਰ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਜੈਸਾ ਸਾਡੇ ਜੀਵਨ 'ਚ ਗੁਰੂ ਹੋਏਗਾ, ਮਾਸਟਰ ਹੋਏਗਾ, ਵੈਸੀ ਸਾਡੀ ਜ਼ਿੰਦਗੀ ਹੋਏਗੀ। ਇਹ ਸਮਝ ਲੈਣਾ ਸਾਰਿਆਂ ਨੇ।
ਤਾਂ ਹੀ ਤਾਂ ਕਿਹਾ ਜਾਂਦਾ ਕਿ ਸੋਚ ਸਮਝ ਕੇ ਗੁਰੂ ਬਣਾਈਏ। ਤਾਂ ਹੀ ਤਾਂ ਮੀਆਂ ਮੁਹੰਮਦ ਬਖਸ਼ ਜੀ ਨੇ ਕੀ ਕਿਹਾ ਕਿ ਇੱਲਾ ਕਾਵਾਂ ਰੰਗ ਲੈ ਪਰ ਤਾਂ ਬਣ ਬਣ ਮਹਿੰਦੇ ਮੋਰ। ਇੱਲਾ ਕਾਵਾਂ ਉਹ ਰੰਗ ਲੈ ਪਰ ਤਾਂ ਬਣ ਬਣ ਬਹਿੰਦੇ ਮੋਰ। ਸੋਚ ਸਮਝ ਕੇ ਮੁਰਸ਼ਦ ਪਕੜੀ ਕਿਤੇ ਨਾ ਨਿਕਲੇ ਕੋਈ ਚੋਰ। ਉਹ ਕਹਿੰਦਾ ਸੋਚ ਸਮਝ ਕੇ ਮੁਰਸ਼ਦ ਫੜੀ, ਕਿਤੇ ਇਹ ਨਾ ਹੋਵੇ ਤੈਨੂੰ ਫਸਾਉਣ ਵਾਸਤੇ ਬਾਹਰੋਂ ਬਾਣਾ ਹੀ ਫਕੀਰੀ ਦਾ ਪਾਇਓ ਤਾਂ ਅੰਦਰ ਗਿਆਨ ਕੋਈ ਹੈ ਹੀ ਨਹੀਂ। ਕਿਉਂਕਿ ਅੱਜ ਕੱਲ ਤਾਂ ਜਿਹੜਾ ਕਈ ਵਾਰ ਦੱਸੀ ਦਾ ਨਾ, ਮਾੜਿਆ ਸਿਰ ਘੁਮਾ ਲਓ ਲੋਕਾਂ ਦੇ ਪੀਰ ਆ ਗਏ, ਮਾੜੀ ਗਰਦਨ ਹਿਲਾ ਦਿਓ ਪੀਰ ਆ ਗਏ। ਉਹ ਪੀਰ ਇਦਾਂ ਨਹੀਂ ਆਉਂਦੇ ਹੁੰਦੇ। ਫਿਰ ਦੱਸ ਦਈਏ ਅਸੀਂ 12 ਸਾਲ ਦੀ ਉਮਰ ਚੋਂ ਅੱਜ ਸਾਡੀ ਇੰਨੀ ਉਮਰ ਹੋ ਗਈ, ਇੰਨੇ ਸਾਲ ਹੋ ਗਏ ਲੱਗਿਆ ਨੂੰ, ਅੱਜ ਤੱਕ ਅਸੀਂ ਨਹੀਂ ਕਿ ਪੀਰ ਆ ਗਏ। ਸਮਝਦੇ ਹੋ ਕਿ ਨਹੀਂ? ਕਿਉਂਕਿ ਸਭ ਕੁਝ ਪਰਮਾਤਮਾ ਕਿੱਥੇ ਹੈ, ਰੱਬ ਕਿੱਥੇ ਹੈ? ਰੱਬ ਤੁਹਾਡੇ ਅੰਦਰ ਹੈ। ਉਹ ਜਦੋਂ ਤੁਸੀਂ ਰੱਬ ਦਾ ਰੂਪ ਹੋ ਸਕਦੇ ਹੋ ਤਾਂ ਤੁਹਾਨੂੰ ਇਦਾਂ ਦੇ ਕਹਿ ਦਈਏ ਪਖੰਡ ਕਰਨ ਦੀ ਕੀ ਲੋੜ ਹੈ? ਪਖੰਡ ਤਾਂ ਉਹੀ ਕਰੇਗਾ ਜਿੱਦਾਂ ਅਸੀਂ ਕਈ ਵਾਰ ਕਹੀਦਾ। ਹੁਣ ਜਰਾ ਕੋਈ ਤੁਹਾਨੂੰ ਕਵੇ ਸਿਰ ਹਿਲਾ ਕੇ ਪ੍ਰਧਾਨ ਮੰਤਰੀ ਆ ਗਏ, ਰਾਸ਼ਟਰਪਤੀ ਆ ਗਏ ਮੇਰੇ ਸਿਰ, ਤੁਸੀਂ ਮੰਨ ਲਓਗੇ? ਜਵਾਬ ਦੇ ਦੇ ਇੱਕ ਵਾਰੀ ਤਾਂ ਫਿਰ ਤੁਸੀਂ ਹੁਣ ਇੱਕ ਪ੍ਰਧਾਨ ਮੰਤਰੀ ਕੀ ਆਮ ਇਨਸਾਨ ਹੈ, ਜੇ ਉਹ ਨਹੀਂ ਕਿਸੇ ਦੇ ਸਿਰ ਆ ਸਕਦਾ ਤਾਂ ਐਡੀ ਵੱਡੇ ਫਕੀਰ ਜੋ ਰੱਬ ਦਾ ਰੂਪ ਹੈ ਉਹ ਕਿਸੇ ਸਿਰ ਕਿੱਦਾਂ ਆ ਸਕਦੇ? ਕਮਾਲ ਦੀ ਗੱਲ ਹੈ, ਬੰਦਾ ਸਮਝਦਾ ਕਿਉਂ ਨਹੀਂ? ਹੁਣ ਕਦੀ ਕੋਈ ਕਹਿ ਦੇਵੇ ਨਾ, ਲੈ ਬਈ ਹੁਣ ਫਰਜ਼ ਕਰੋ ਗ੍ਰਾਂਟ ਲੈਣੀ ਹੈ ਪਿੰਡ ਦੀ, ਪਿੰਡ ਵਿੱਚ ਸਕੂਲ ਬਣਾਉਣਾ ਹੈ, ਪਿੰਡ ਵਿੱਚ ਹਸਪੀਟਲ ਬਣਾਉਣਾ ਹੈ, ਗ੍ਰਾਂਟ ਚਾਹੀਦੀ ਹੈ ਸਕੂਲ ਦੀ, ਤਾਂ ਕੋਈ ਕਵੇ ਆ ਗਏ ਪ੍ਰਧਾਨ ਮੰਤਰੀ ਕਰਾ ਲਓ ਸਾਈਨ, ਹੁਣੇ ਹੀ ਤੁਹਾਨੂੰ ਗ੍ਰਾਂਟ ਦੇ ਦਿੰਦੇ ਆ, ਤਾਂ ਤੁਹਾਨੂੰ ਯਕੀਨ ਹੋ ਜਾਏਗਾ? ਪਰ ਮਹਾਰਾਜ ਸਾਨੂੰ ਦੁੱਖ ਹੈ, ਡੁੱਬਿਆ ਬੇੜਾ ਪਾਰ ਲਾਓ, ਆ ਗਏ 11ਵੀਂ ਵਾਲੇ ਪੀਰ, ਹੁਣੇ ਹੀ ਬੇੜਾ ਬੰਨੇ ਲਾ ਦਿੰਦੇ ਆ। ਉਹ ਭਾਈ ਜਦ ਸਿਰ ਹਿਲਾਏ ਤੇ ਗ੍ਰਾਂਟਾਂ ਨਹੀਂ ਮਨਜ਼ੂਰ ਹੁੰਦੀਆਂ ਤਾਂ ਬੇੜੇ ਤੋਂ ਪਾਰ ਕੀ ਲਾਣੇ ਆ? ਕਿਉਂਕਿ ਬੇੜੇ ਪਾਰ ਲਾਉਣ ਵਾਲੇ ਉਹ ਸਿਰ ਨਹੀਂ ਹਿਲਾਉਂਦੇ, ਉਹ ਤਾਂ ਅੱਖਾਂ ਨਾਲ ਇਸ਼ਾਰੇ ਕਰਦੇ ਤਾਂ ਬੇੜੇ ਬੰਨੇ ਲੱਗ ਜਾਂਦੇ ਆ। ਉਹ ਤੇਰੇ ਵਾਂਗੂ ਧੋਣਾ ਘੁਮਾ ਘੁਮਾ ਕੇ ਆਪਣਾ ਬੁਰਾ ਹਾਲ ਨਹੀਂ ਕਰਦੇ, ਸੰਗਲ ਲੈ ਕੇ ਆਪਣੇ ਨੂੰ ਕੁੱਟਦੇ ਨਹੀਂ ਹੈ, ਉਹੀ ਕੋਈ ਫਕੀਰਾਂ ਦਾ ਕੰਮ ਨਹੀਂ ਹੈ। ਇਹ ਨਾਗ ਵਾਂਗੂ ਫਰਾਟੇ ਮਾਰੀ ਜਾਣੇ ਤਾਂ ਇੱਥੋਂ ਏਦਾਂ ਚੱਕਰ, ਇੱਥੋਂ ਏਦਾਂ ਚੱਕਰ, ਆ ਗਏ ਜੀ ਸ਼ੇਸ਼ ਨਾਗ, ਆ ਗਏ ਫਕੀਰ। ਗੱਲਾਂ ਦੁੱਖ ਵਾਲੀਆਂ ਜ਼ਰੂਰ ਲੱਗਣੀਆਂ ਪਰ ਸੱਚੀ ਗੱਲ ਹੈ। ਸੱਚ ਕਹਾਂ ਤੇ ਭਾਂਬੜ ਮੱਚਦਾ, ਝੂਠ ਕਹਾਂ ਤੇ ਏਦਾਂ ਨਹੀਂ ਫਕੀਰੀ ਹੁੰਦੀ, ਏਦਾਂ ਨਹੀਂ ਰੱਬ ਨੂੰ ਪਾਇਆ ਜਾਂਦਾ। ਦੇਖੋ ਉਹਨਾਂ ਗੁਰੂਆਂ ਰਹਿਬਰਾਂ ਪੀਰਾਂ ਫਕੀਰਾਂ ਦੀ ਜ਼ਿੰਦਗੀ ਨੂੰ ਕਦੀ ਦੇਖਿਆ ਸੁਣਿਆ ਤੁਸੀਂ? ਚਾਹੇ 11ਵੀਂ ਵਾਲੀ ਸਰਕਾਰ ਦਾ ਹੀ ਨਾਮ ਲੈ ਲਓ, ਚਾਹੇ ਅਸੀਂ ਹੋਰ ਪੀਰਾਂ ਫਕੀਰਾਂ ਗੁਰੂਆਂ ਦੇ ਨਾਮ ਲੈ ਲਈਏ, ਚਾਹੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਨਾਮ ਲੈ ਲਈਏ, ਕਬੀਰ ਸਾਹਿਬ ਦਾ ਨਾਮ ਲੈ ਲਈਏ, ਕਦੀ ਉਹਨਾਂ ਨੇ ਕਿਹਾ ਆ ਗਿਆ ਸਾਡੇ ਸਿਰ ਕੋਈ? ਉਹ ਆਪ ਬੰਦਗੀ ਕਰਕੇ ਉੱਥੇ ਤੱਕ ਪਹੁੰਚੇ, ਕਿਉਂਕਿ ਸਿਰ ਉਹਨਾਂ ਨੂੰ ਲਿਆਣਾ ਪੈਂਦਾ ਜਿਨ੍ਹਾਂ ਦੀ ਆਪਣੇ ਅੰਦਰ ਕੋਈ ਹੈਸੀਅਤ ਨਹੀਂ ਹੁੰਦੀ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੰਦਾ ਆਪ ਅਨਪੜ੍ਹ ਹੋ ਕਹੇਗਾ ਆ ਗਿਆ ਡਾਕਟਰ, ਲਵਾ ਲਓ ਟੀਕਾ, ਲਵਾ ਲਓਗੇ ਤੁਸੀਂ? ਸਮਝਦੇ ਹੋ? ਤਾਂ ਜਿਹੜਾ ਡਾਕਟਰ ਹੈ ਜਿਹਨੇ ਮਿਹਨਤ ਕਰਕੇ ਪਦਵੀ ਹਾਸਲ ਕੀਤੀ, ਉਹਨੂੰ ਸਿਰ ਹਿਲਾਉਣ ਦੀ ਕੀ ਲੋੜ ਹੈ? ਉਹ ਬੈਠਾ ਉਹ ਕਹਿੰਦਾ ਆਓ ਔਰ ਦਵਾਈ ਲੈ ਕੇ ਜਾਓ, ਕਿਉਂਕਿ ਮੈਂ ਮਿਹਨਤ ਨਾਲ ਇੱਥੇ ਪਹੁੰਚਿਆ ਆ। ਸਮਝਦੇ ਹੋ ਕਿ ਨਹੀਂ? ਇਸ ਲਈ ਫਿਰ ਕਹਾਂਗੇ ਬਾਬਾ ਫਰੀਦ 36 ਸਾਲ ਉਹਨਾਂ ਨੇ ਬੰਦਗੀ ਕੀਤੀ ਤੇ ਜਾ ਕੇ ਉਸ ਮੰਜ਼ਿਲ ਤੇ ਪਹੁੰਚੇ। ਔਰ ਅੱਜ ਇਨਸਾਨ ਫਕੀਰਾਂ ਦੇ ਨਾਮ ਨੂੰ ਲੈ ਕੇ ਇਦਾਂ ਭਰਮ ਚ ਲੋਕਾਂ ਨੂੰ ਪਾ ਰਿਹਾ ਹੈ। ਔਰ ਲੋਕ ਵੀ, ਅਸੀਂ ਫਿਰ ਕਹਾਂਗੇ ਕਿ ਲੋਕ ਵੀ ਬੜੀ ਜਲਦੀ, ਕੋਈ ਉਦਾਂ ਮੰਨੇ ਨਾ ਮੰਨੇ। ਹੁਣ ਇੱਕ ਸੱਚੀ ਗੱਲ ਦੱਸਣ ਲੱਗੇ ਆ, ਨਾਮ ਨਹੀਂ ਲੈਣਾ ਸੀ ਪਰ ਦਸੂਏ ਵਾਲ ਦੀ ਗੱਲ ਹੈ ਕਿ ਦਸੂਏ ਤੇ ਇੱਕ ਨੌਜਵਾਨ ਨੂੰ ਸਾਡੇ ਕੋਲ ਲਿਆਂਦਾ ਗਿਆ ਔਰ ਕਹਿੰਦੇ ਮਾਲਕੋ ਇਹਦੇ ਸਿਰ ਬਾਬੇ ਆਂਦੇ, ਬਾਬਾ ਬਾਲਕ ਨਾਥ ਜੀ। ਅਸੀਂ ਜਦੋਂ ਦੇਖਿਆ, ਸੱਚੀ ਗੱਲ ਦੱਸਣ ਲੱਗੇ ਕਿ ਜਦੋਂ ਦੇਖਿਆ ਸੀ ਕਿ ਕੋਈ ਇੰਨੇ ਸਾਲ ਹੋ ਗਏ ਸਾਨੂੰ ਤਾਂ ਕਦੀ ਲੱਗਾ ਨਹੀਂ ਕਿਸੇ ਸਿਰ ਕੋਈ ਆਵੇ। ਅਸੀਂ ਉਹਨੂੰ ਇਕੱਲੇ ਨੂੰ ਪੁੱਛਿਆ, ਉਹ ਕਹਿੰਦਾ ਸੱਚ ਦੱਸ ਦੇ, ਤੁਹਾਨੂੰ ਪਤਾ ਤੇਰੇ ਅੰਦਰ ਕੋਈ ਬਾਬੇ ਨਹੀਂ ਆਉਂਦੇ? ਸੱਚ ਦੱਸ ਦੇ ਕੀ ਗੱਲ ਹੈ, ਨਸ਼ਾ ਕਿਹੜਾ ਕਰਦਾ ਆ? ਕਹਿੰਦਾ ਮਾਲਕੋ ਆ ਸਾਰਿਆਂ ਨੂੰ ਬਾਹਰ ਭੇਜੋ, ਇਕੱਲਿਆਂ ਨਾਲ ਗੱਲ ਕਰਨੀ। ਫੇ ਇਕੱਲੇ ਗੱਲ ਹੋਈ, ਕੀ ਹੋਇਆ ਫਿਰ? ਕਹਿੰਦਾ ਜੀ ਦਰਅਸਲ ਮੈਨੂੰ ਨਾ ਨਸ਼ਾ ਕਰਨ ਦੀ ਆਦਤ ਹੈ, ਘਰਦਿਆਂ ਕੋਲ ਪੈਸੇ ਮੰਗਾ ਦਿੰਦੇ ਨਹੀਂ, ਪਰ ਜਦੋਂ ਮਾੜਿਆ ਸਿਰ ਘੁਮਾ ਕੇ ਕਹਿੰਦਾ ਬਾਬਾ ਬਾਲਕ ਨਾਥ ਆ ਗਏ, ਤਵਾਹ ਕਰ ਦੋ, ਇੰਨਾ ਚੜਾਵਾ ਚੜਾ ਦੋ, ਫਟਾਫਟ ਜੇਬ ਚੋਂ ਕੱਢ ਕੇ ਰੱਖ ਦਿੰਦੇ, ਹੱਥ ਜੋੜ ਦਿੰਦੇ ਆ। ਹੁਣ ਜਦੋਂ ਇੰਦਾ ਮਿਲ ਜਾਂਦਾ ਤਾਂ ਫਿਰ ਮੈਂ ਮਾਲੋ ਕਰਨਾ ਹੀ ਪੈਂਦਾ ਮੈਨੂੰ। ਇਹ ਕਿ ਹੁਣ ਇਹਦਾ ਮਤਲਬ ਜੇ ਜੁੱਤੀ ਲਾ ਲੈਣ ਉਸ ਵੇਲੇ ਫਿਰ ਤਾਂ ਬੰਦ ਹੋ ਜਾਣਾ ਕਿ ਨਹੀਂ? ਚੱਲ ਅੱਗੇ ਤੋਂ ਤੈਨੂੰ ਦੱਸਤਾ, ਮਿਹਨਤ ਕਰ, ਨਸ਼ੇ ਛੱਡ, ਫਿਰ ਰਹਿਮਤ ਦਿੱਤੀ ਉਹਨੂੰ, ਅੱਗੇ ਤੋਂ ਇਦਾਂ ਨਾ ਕਰੀ, ਨਹੀਂ ਤਾਂ ਅਸੀਂ ਇਹਨਾਂ ਨੂੰ ਕਹਿ ਦੇਣਾ ਜਦੋਂ ਹੁਣ ਸਿਰ ਹਿੱਲੇ ਤਾਂ ਹੱਥ ਨਹੀਂ ਜੋੜਨੇ, ਫਿਰ ਡੰਡਾ ਹੀ ਚੱਕ ਲਿਓ ਤੁਸੀਂ। ਔਰ ਵਾਕਈ ਉਸ ਦਿਨ ਤੋਂ ਬਾਅਦ ਨਸ਼ੇ ਵੀ ਮੁੰਡੇ ਨੇ ਛੱਡ ਦਿੱਤੇ, ਜ਼ਿੰਦਗੀ ਵੀ ਬਦਲ ਗਈ ਤੇ ਚੱਕਰਾਂ ਚੋਂ ਵੀ। ਹੁਣ ਸੱਚ ਦੱਸਿਓ, ਆਪ ਤੁਸੀਂ ਪਰਖ ਕੇ ਦੇਖਣਾ ਕਿ ਅੱਜ ਇਹਨਾਂ ਦੇ ਸਿਰ ਹਿਲਦੇ ਨੇ, ਹੱਥਾਂ 'ਚ ਸਿਗਰਟਾਂ ਕਿੰਨੀਆਂ ਹੁੰਦੀਆਂ, ਉਹ ਸਿਗਰਟ ਕਿੰਨੀ ਪੀਂਦੇ ਆ, ਚਿਲਮ ਕਿੰਨੀ ਲਾਉਂਦੇ ਆ। ਤੇ ਜਦੋਂ ਇੰਨੀ ਪੀ ਲਾਣੀ ਤਾਂ ਸਿਰ ਤਾਂ ਫਿਰ ਚੰਗੇ ਭਲੇ ਬੰਦੇ ਦਾ ਹਿਲ ਜਾਂਦਾ ਹੈ। ਸਮਝਦੇ ਹੋ?
ਉਹ ਗੁਰੂ ਰਹਿਬਰ ਨਸ਼ਿਆਂ 'ਚ ਨਹੀਂ ਪਾਉਂਦੇ, ਗੁਰੂ ਰਹਿਬਰ ਸਾਨੂੰ ਨਸ਼ਿਆਂ 'ਚੋਂ ਮੁਕਤ ਕਰਦੇ ਐ। ਉਹ ਗੁਰੂ ਰਹਿਬਰ ਸਾਨੂੰ ਬੁਰੇ ਰਸਤੇ ਨਹੀਂ ਤੋਰਦੇ, ਗੁਰੂ ਰਹਿਬਰ ਤਾਂ ਸਾਨੂੰ ਉਸ ਮਾਰਗ ਤੇ ਤੋਰਦੇ ਜਿਸ ਤੇ ਚੱਲ ਕੇ ਸਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਹੋਵੇ, ਸਫਲਤਾ ਨਾਲ ਭਰਪੂਰ ਹੋਵੇ। ਇਸ ਲਈ ਇਹ ਨਾ ਸੋਚਿਓ ਕਿ ਅਸੀਂ ਕਿਸੇ ਨੂੰ ਉਹ ਕਰ ਰਹੇ, ਸੱਚਾਈ ਦੱਸ ਰਹੇ ਹਾਂ ਤੁਹਾਨੂੰ, ਕਿਉਂਕਿ ਜੇ ਸਤਸੰਗ ਚ ਆ ਕੇ ਨਹੀਂ ਸੱਤ ਜਾਣਿਆ ਤਾਂ ਫਿਰ ਸੱਤ ਮਿਲਣਾ ਕਿੱਥੇ ਆ ਸਾਨੂੰ। ਇਸ ਲਈ ਫਕੀਰੀ ਦੀ ਮੰਜ਼ਿਲ, ਪਰਮਾਤਮਾ ਦੀ ਮੰਜ਼ਿਲ ਨੂੰ ਬੜੀ ਮਿਹਨਤ ਨਾਲ ਪਾਇਆ ਜਾਂਦਾ ਹੈ, ਕਿਉਂਕਿ ਇੰਨੀ ਆਸਾਨੀ ਨਾਲ ਉਹ ਨਹੀਂ ਮਿਲਦੀ। ਔਰ ਜਿਹੜੀ ਜ਼ਿੰਦਗੀ ਨੂੰ ਬਦਲ ਦੇਵੇ ਨਾ, ਇਹ ਰਹਿਮਤ ਉਹਨਾਂ ਫਕੀਰਾਂ ਕੋਲੋਂ ਹੀ ਮਿਲਦੀ ਹੈ ਜਿਨ੍ਹਾਂ ਦੀ ਆਪਣੀ ਜ਼ਿੰਦਗੀ ਬਦਲੀ ਹੋਈ ਹੋਵੇ। ਸਮਝ ਨਜ਼ਰ ਆ ਸਾਰਿਆਂ ਨੇ। ਸਾਡਾ 2-3 ਦਿਨ ਪਹਿਲਾਂ ਡੰਗੋਲੀ ਸਤਸੰਗ ਸੀ, ਤਾਂ 18 ਮਾਰਚ ਸਾਡਾ ਸਤਸੰਗ ਹੋਇਆ ਸੀ ਆਪਣੇ ਕੁਰਾਲੀ ਦੇ ਲਾਗੇ। ਉੱਥੇ ਜਦੋਂ ਸਤਸੰਗ ਕੀਤਾ, 17 ਸਾਲ ਬਾਅਦ ਉੱਥੇ ਸਤਸੰਗ ਕੀਤਾ ਸੀ। ਜਦੋਂ ਸਤਸੰਗ ਕਰਕੇ ਆਏ ਔਰ ਜੋ ਦਿਨ ਗਿਆ ਪਿੱਛੇ ਬੁੱਧਵਾਰ ਦਾ, ਉਦੋਂ ਡੰਗੋਲੀ ਸਤਸੰਗ ਸੀ, ਤਾਂ ਉੱਥੋਂ ਸੰਗਤ ਆਈ ਤਾਂ ਆ ਕੇ ਪਤਾ ਉਹ ਕੀ ਕਹਿੰਦੇ, ਮਾਲਕੋ ਸਾਡੇ ਪਿੰਡ ਵਾਲੇ ਪੁੱਛਦੇ ਆ, ਉਹ ਯਾਰ ਕਮਾਲ ਦੀ ਗੱਲ ਹੈ, ਆ ਤੁਹਾਡੇ ਮਾਲਕ 17 ਸਾਲ ਪਹਿਲਾਂ ਕੁਝ ਹੋਰ ਸੀ, ਹੁਣ ਤਾਂ ਹੋਰ ਜਵਾਨ ਹੋ ਗਏ, ਕਰਦੇ ਕੀ ਹੈ ਬੰਦਾ 17 ਸਾਲ ਬਾਅਦ ਬੁੜਾ ਹੁੰਦਾ ਹੈ, ਹੋਰ ਯੰਗ ਹੋ ਗਏ, ਇਹ ਖੁਰਾਕ ਕੀ ਲੈਂਦੇ ਐ। ਅਸੀਂ ਕਿ ਇਹੀ ਤਾਂ ਗੱਲ ਹੁੰਦੀ ਹੈ, ਜਿਹੜੇ ਅੰਦਰੋਂ ਰੱਬ ਨਾਲ ਜੁੜੇ ਹੁੰਦੇ ਨਾ, ਮਿਹਨਤ ਕਰਨ ਵਾਲੇ, ਉਹਨਾਂ ਦਾ ਨੂਰ ਘਟਦਾ ਨਹੀਂ, ਉਹਨਾਂ ਦਾ ਨੂਰ ਵੱਧਦਾ ਹੈ, ਉਹਨਾਂ ਦੀ ਤਾਕਤ ਵੱਧਦੀ ਹੈ, એનર્ਜੀ ਵੱਧਦੀ ਹੈ ਉਹਨਾਂ ਦੀ। ਇਹਲੇ ਫਿਰ ਤੁਹਾਨੂੰ ਕਹਾਂਗੇ, ਫਿਰ ਤੂੰ ਇੱਕ ਗੱਲ ਕਹੀ ਇਹ ਕਿ ਉਹਨੂੰ ਕਹਿਣਾ ਫੋਟੋ ਖਿੱਚ ਲਓ, ਆ 17 ਬਾਅਦ ਸਾਲ ਬਾਅਦ ਆਏ ਨਾ, 20 ਸਾਲ ਬਾਅਦ ਆਵਾਂਗੇ ਤੇ ਇਸ ਤੋਂ ਵੀ ਜੰਗ ਹੋਣਾ, ਅਸੀਂ ਫਿਕਰ ਨਾ ਕਰੋ, ਇਸ ਤੋਂ ਵੀ ਜ਼ਿਆਦਾ। ਸੋ ਇਹ ਕਿਉਂ ਦੱਸ ਰਹੇ ਆ ਤੁਹਾਨੂੰ ਕਿ ਤੁਹਾਡੇ ਅੰਦਰ ਉਹ ਸ਼ਕਤੀ ਬੈਠੀ ਹੋਈ ਹੈ। ਕਦੋਂ ਇਹ ਸ਼ਕਤੀ ਨੂੰ ਪਹਿਚਾਣੋਗੇ, ਕਦੋਂ ਇਹ ਸ਼ਕਤੀ ਨੂੰ ਜਾਣੋਗੇ, ਔਰ ਇਹ ਸ਼ਕਤੀ ਦਾ ਲਾਭ ਉਦੋਂ ਹੀ ਅਸੀਂ ਲੈ ਸਕਦੇ ਹਾਂ ਜਦੋਂ ਇਹ ਸ਼ਕਤੀ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਪਰ ਅੱਜ ਅਸੀਂ, ਜਿੱਦਾਂ ਬੁੱਲੇ ਸ਼ਾਹ ਨੇ ਕਿਹਾ ਕਿ ਉਹਨਾਂ ਚੀਜ਼ਾਂ ਨੂੰ ਲੁੱਟਦੇ ਫਿਰਦੇ ਆ ਜਿਹੜੀਆਂ ਛੱਡ ਜਾਣੀਆਂ, ਉਹ ਜਿਹੜਾ ਸਭ ਤੋਂ ਵੱਡਾ ਰਹਿਮਤਾਂ ਦਾ ਖਜ਼ਾਨਾ ਤੇਰੇ ਅੰਦਰ ਬੈਠਾ, ਕਦੀ ਉਹਨੂੰ ਲੁੱਟਣ ਦੀ ਕੋਸ਼ਿਸ਼ ਤੂੰ ਕੀਤੀ ਨਹੀਂ। ਜਰਾ ਸੋਚ ਕੇ ਦੇਖੋ, ਹਰ ਫੁੱਲ ਦੇ ਅੰਦਰ ਖੁਸ਼ਬੂ ਪੈਦਾ ਕਰਨ ਵਾਲਾ, ਹਰ ਫੁੱਲ ਨੂੰ ਇੱਕ ਨਵਾਂ ਰੰਗ ਦੇਣ ਵਾਲਾ ਉਹ ਪ੍ਰਮਾਤਮਾ, ਜੇ ਤੁਸੀਂ ਉਹਦੇ ਨਾਲ ਜੁੜ ਜਾਵੋ ਤਾਂ ਤੁਹਾਡੇ ਅੰਦਰ ਕਿਹੜਾ ਕਿਹੜਾ ਰੰਗ ਨਹੀਂ ਉਹ ਭਰ ਦੇਗਾ, ਇਹ ਤੁਸੀਂ ਸੋਚ ਵੀ ਨਹੀਂ ਸਕਦੇ, ਕਿਉਂਕਿ ਉਹਦੀਆਂ ਰਹਿਮਤਾਂ ਬੇਅੰਤ ਹੈ। ਉਹਦੀਆਂ ਰਹਿਮਤਾਂ ਦਾ ਕੋਈ, ਜਦੋਂ ਸਹੀ ਮਾਇਨੇ ਤੁਸੀਂ ਉਹਦੇ ਨਾਲ ਅੰਦਰੋਂ ਜੁੜ ਗਏ ਨਾ, ਤਾਂ ਤੁਹਾਨੂੰ ਲੱਗੇਗਾ ਮੇਰੀ એનર્ਜੀ ਹਰ ਦਿਨ ਵੱਧਦੀ। ਕਹਿ ਦਿਓ ਫਿਰ, ਮੇਰੀ એનર્ਜੀ ਹਰ ਦਿਨ ਵੱਧਦੀ, ਮੇਰਾ ਆਨੰਦ ਹਰ ਦਿਨ ਵੱਧਦਾ, ਮੇਰੀ ਖੁਸ਼ੀ ਹਰ ਦਿਨ ਵੱਧਦੀ। ਸੋ ਸਾਨੂੰ ਆਪਣੇ ਰੱਬ ਤੇ ਵਿਸ਼ਵਾਸ ਹੋਣਾ ਚਾਹੀਦਾ, ਰੱਬ ਤੇ ਭਰੋਸਾ ਹੋਣਾ ਚਾਹੀਦਾ, ਕਿਉਂਕਿ ਰੱਬ ਸਾਡੇ ਅੰਦਰ ਹੀ ਬੈਠਾ ਹੈ। ਜਿੱਦਾਂ ਸੰਤ ਤੁਲਸੀਦਾਸ ਨੇ ਬੜੀ ਪਿਆਰੀ ਗੱਲ ਕਹੀ ਹੈ। ਸੰਤ ਤੁਲਸੀਦਾਸ ਕਹਿੰਦੇ ਹੈ ਕਿ तुलसी बात है समझ की, तुलसी बात है समझ की, जो समझे ले पहचान, सबके अंदर वस रहा वो साहिब रहमान। संत तुलसीदास ਨੂੰ ਕਿਸੇ ਨੇ ਪੁੱਛਿਆ ਰੱਬ ਕਿੱਥੇ ਹੈ, ਉਹ ਭਗਵਾਨ ਕਿੱਥੇ ਹੈ, ਉਹ ਰਾਮ, ਉਹ ਈਸ਼ਵਰ ਕਿੱਥੇ ਹੈ, ਤਾਂ ਸੰਤ ਤੁਲਸੀਦਾਸ ਨੇ ਕਿਹਾ ਭਾਈ ਇਹ ਤਾਂ ਗੱਲ ਆਪਣੇ ਸਮਝ ਦੀ ਹੈ। ਕੋਈ ਉਹਨੂੰ ਮੰਦਿਰ 'ਚ ਸਮਝ ਕੇ ਬੈਠਾ ਹੈ, ਕੋਈ ਉਹਨੂੰ ਮਸਜਿਦ ਵਿੱਚ ਸਮਝ ਕੇ ਬੈਠਾ ਹੈ, ਕੋਈ ਉਹਨੂੰ ਤੀਰਥਾਂ ਤੇ ਸਮਝ ਕੇ ਬੈਠਾ ਹੈ, ਕੋਈ ਜੰਗਲਾਂ 'ਚ ਸਮਝ ਕੇ ਬੈਠਾ ਹੈ। ਗੱਲ ਆਪਣੀ ਸਮਝਦੀ ਹੈ, ਪਰ ਮੈਂ ਤਾਂ ਉਹਨੂੰ ਆਪਣੇ ਅੰਦਰ ਸਮਝਦਾ ਹਾਂ, ਔਰ ਸਿਰਫ ਮੇਰੇ ਅੰਦਰ ਨਹੀਂ, ਉਹ ਤਾਂ ਸਭ ਦੇ ਅੰਦਰ ਬੈਠਾ ਹੈ। ਪਰ ਗੱਲ ਸਮਝਦੀ ਹੈ, ਕਿਉਂਕਿ ਜਿੱਥੇ ਇਨਸਾਨ ਸਮਝਦਾ ਹੈ ਮਿਲਦਾ ਵੀ ਉੱਥੇ ਹੀ ਹੈ। ਧੰਨੇ ਨੇ ਪੱਥਰ 'ਚ ਸਮਝਿਆ, ਉਹਨੂੰ ਪੱਥਰ 'ਚੋਂ ਮਿਲ ਗਿਆ। ਪਰ ਅਸੀਂ ਕਹਾਂਗੇ ਤੁਸੀਂ ਉਹਨੂੰ ਆਪਣੇ ਅੰਦਰ ਸਮਝੋ, ਕਿਉਂਕਿ ਪ੍ਰਮਾਤਮਾ ਤੁਹਾਡੇ ਅੰਦਰ ਹੈ। ਪਰ ਉਹ ਜਿਹੜਾ ਅੰਦਰ ਬੈਠਾ ਹੋਇਆ ਹੈ, ਉਹਨੂੰ ਜਾਣਨ ਵਾਸਤੇ ਸਾਨੂੰ ਮੁਰਸ਼ਿਦ ਦੀ ਜ਼ਰੂਰਤ ਹੈ, ਕਿਉਂਕਿ ਅੰਦਰਲਾ ਮਾਰਗ ਤਾਂ ਉਹੀ ਭੇਦੀ ਦੱਸ ਸਕਦਾ ਜਿਹਨੇ ਖੁਦ ਉਸ ਭੇਦ ਨੂੰ ਜਾਣਿਆ ਹੋਵੇ, ਜਿਹਨੇ ਉਸ ਆਨੰਦ ਨੂੰ ਪਾਇਆ ਹੋਵੇ। ਹੁਣ ਜਿੱਦਾਂ ਸਮਝ ਲਓ ਕਿ ਜੇ ਕੋਈ ਇੱਕ ਪਤਲਾ ਜਿਹਾ ਇਨਸਾਨ ਹੈ, ਉਹ ਚਾਹੁੰਦਾ ਮੇਰੀ ਅੱਛੀ ਸਿਹਤ ਹੋਵੇ, ਤਾਂ ਉਹਨੂੰ ਕਸਰਤ ਬਾਰੇ, ਹੈਲਥ ਬਾਰੇ ਉਹਨੂੰ ਹੀ ਪੁੱਛਣਾ ਪੈਣਾ ਜਿਹਦੀ ਆਪਣੀ ਹੈਲਥ ਫਿੱਟ ਹੋਵੇ। ਕਦੀ ਦੇਖਿਆ ਜਿਮ ਵਿੱਚ ਕੋਚ, ਜਿਹੜਾ ਜਿਮ ਵਿੱਚ ਕੋਚ ਹੁੰਦਾ ਉਹਦੀ ਬਾਡੀ ਆਪਣੀ ਅੱਛੀ ਹੁੰਦੀ ਹੈ, ਤਾਂ ਹੀ ਨੌਜਵਾਨ ਉਹਨੂੰ ਦੇਖ ਕੇ ਇੰਪ੍ਰੈਸ ਹੁੰਦੇ ਆ, ਇਨਸਪਾਇਰ ਹੁੰਦੇ ਆ, ਤੇ ਫਿਰ ਉਹ ਪੁੱਛਦੇ ਆ ਭਾਈ ਸਾਨੂੰ ਵੀ ਦੱਸੋ ਐਸੀ ਕਿਹੜੀ ਐਕਸਰਸਾਈਜ਼ ਕਰੀਏ ਤਾਂ ਕਿ ਸਾਡੀ ਬਾਡੀ ਫਿੱਟ ਹੋਵੇ। ਤਾਂ ਜੇ ਅੱਗੇ ਜਿਮ ਦੇ ਵਿੱਚ ਕੋਚ ਹੀ ਫੁੱਲਿਆ ਜਿਹਾ ਹੋਵੇ ਜਾਂ ਕੋਈ ਸੁਕੜਾ ਜਿਹਾ ਹੋਵੇ ਤਾਂ ਦੇਖਣ ਲੱਗਾ ਮੁੜ ਕੇ ਜਿਮ ਨਹੀਂ ਆਣਾ। ਆਹ ਹਾਲ ਹੁੰਦਾ ਕੋਚ ਦਾ। ਜੇ ਕੋਚ ਦਾ ਇਹ ਹਾਲ ਆ ਤਾਂ ਭਾਈ ਸਾਡਾ ਇਹਦਾ ਕੀ ਬਣਾਉਣਾ ਫਿਰ? ਸੱਚ ਦੱਸਿਓ, ਇਦਾਂ ਗੱਲ ਸਹੀ ਹੈ ਕਿ ਨਹੀਂ? ਹੁਣ ਅਸੀਂ ਬੱਚੇ ਨੂੰ ਸਕੂਲ ਭੇਜਦੇ ਆ ਕਿਸ ਵਾਸਤੇ?
ਕਿ ਬੱਚਾ ਸਿੱਖੇ ਸਮਝੇ। ਤੇ ਜੇ ਕਿ ਮਾਸਟਰ ਹੀ ਬੈਠਾ ਬੀੜੀ ਸਿਗਰਟ ਪੀਂਦਾ ਹੋਵੇ ਕਹਿੰਦਾ ਸਕੂਲ 'ਚ ਬੱਚਾ ਨਹੀਂ ਭੇਜਣਾ, ਇਹਨੂੰ ਆਪ ਹੀ ਅਕਲ ਹੈ ਨਹੀਂ ਤੇ ਨਾ ਸਾਡੇ ਬੱਚਿਆਂ ਨੂੰ ਕੀ ਸਿਖਾਉਣਾ ਹੈ। ਸੋ ਦੱਸਣਾ ਕੀ ਚਾਹੁੰਦੇ ਆ, ਕਿਸੇ ਦੂਜੇ ਨੂੰ ਸਿਖਾਉਣ ਤੋਂ ਪਹਿਲਾਂ ਜਿਹੜਾ ਸਿਖਾਉਣ ਵਾਲਾ ਉਹਦਾ ਆਪਣਾ ਪਰਫੈਕਟ ਹੋਣਾ ਬਹੁਤ ਹੀ ਜ਼ਰੂਰੀ ਹੈ, ਉਹਦਾ ਆਪਣਾ ਫਿੱਟ ਹੋਣਾ ਬਹੁਤ ਹੀ ਜ਼ਰੂਰੀ ਹੈ। ਤਾਂ ਜੇ ਬੰਦਾ ਆਪ ਹੀ ਕਵੇ ਕੋਈ ਆਵੇ ਮਾਰੇ ਮੇਰਾ ਬੀਪੀ ਬੜਾ ਵੱਧਦਾ ਹੈ, ਕੋਈ ਨਹੀਂ ਹੁਣੇ ਠੀਕ ਕਰ ਦਿੰਦੇ, ਬਹਿ ਜਾ ਉਹ ਲਿਆਈ ਯਾਰ ਮੇਰੀ ਬੀਪੀ ਦੀ ਦਵਾਈ ਲੈ ਪਹਿਲਾਂ ਮੈਂ ਬੀਪੀ ਦੀ ਗੋਲੀ ਖਾ ਲਵਾਂ ਫਿਰ ਤੇਰਾ ਬੀਪੀ ਠੀਕ ਕਰਦੇ ਆ। ਤਾਂ ਮਾਰੇ ਫਿਰ ਗੋਲੀ ਦੱਸ ਦਿਓ ਤੁਸੀਂ ਠੀਕ ਕੀ ਕਰਨਾ, ਜੇ ਮੇਰਾ ਠੀਕ ਕਰਨਾ ਪਹਿਲਾਂ ਆਪਣਾ ਤਾਂ ਠੀਕ ਕਰੋ। ਆਪ ਤੁਸੀਂ ਬਿਮਾਰ ਹੋ ਤਾਂ ਮੈਨੂੰ ਤੁਸੀਂ ਠੀਕ ਕੀ ਕਰਨਾ। ਇੱਕ ਕੌਨਫੀਡੈਂਸ ਤੁਹਾਡੇ ਅੰਦਰ ਹੋਣਾ ਚਾਹੀਦਾ ਹੈ। ਕੌਨਫੀਡੈਂਸ ਕੀ ਕਿ ਆਉਣ ਵਾਲਾ ਹਰ ਪਲ, ਆਉਣ ਵਾਲੀ ਹਰ ਘੜੀ ਮੈਂ ਹੋਰ ਜ਼ਿਆਦਾ ਫਿੱਟ ਹੋਣਾ ਹੈ ਕਿਉਂਕਿ ਮੇਰਾ ਮਾਲਿਕ ਮੇਰੇ। ਡਰ ਤਾਂ ਕੋਈ ਹੋਣਾ ਹੀ ਨਹੀਂ ਚਾਹੀਦਾ, ਚਿੰਤਾ ਤਾਂ ਕੋਈ ਹੋਣੀ ਨਹੀਂ ਚਾਹੀਦੀ। ਇੰਨਾ ਵਿਸ਼ਵਾਸ ਹੈ ਕਿ ਨਹੀਂ ਤੁਹਾਨੂੰ? ਪਰ ਨਹੀਂ, ਬੰਦਾ ਪਤਾ ਕੀ ਕਹਿੰਦਾ ਹੈ, ਅੱਜ ਤਾਂ ਠੀਕ ਹੈ ਕੱਲ ਨੂੰ ਪਤਾ ਨਹੀਂ ਕੀ ਹੋ ਜਾਣਾ ਹੈ, ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ ਹੈ। ਇਸ ਲਈ ਭਾਈ ਹੈਲਥ ਇੰਸ਼ੋਰੈਂਸ ਕਰਾ ਲਓ, ਕਿਤੇ ਹਾਰਟ ਅਟੈਕ ਨਾ ਹੋ ਜਾਵੇ, ਕਿਤੇ ਕੋਈ ਬਿਮਾਰੀ ਨਾ ਆ ਜਾਵੇ। ਪਹਿਲੇ ਹੀ ਸੋਚ ਕੇ ਬੈਠੇ ਆ ਕਿ ਆਉਣ ਵਾਲਾ ਕੱਲ ਮੇਰਾ ਬਿਮਾਰੀਆਂ ਭਰਿਆ ਹੋਣਾ ਹੈ। ਬੰਦਾ ਪਤਾ ਕੀ ਕਹਿੰਦਾ, ਅੱਜ ਤਾਂ ਗੋਡੇ ਚੱਲਦੇ ਕੱਲ ਨੂੰ ਜਵਾਬ ਦੇ ਦੇਣੇ ਆ। ਪਹਿਲੇ ਤੂੰ ਸੋਚ ਕੇ ਬੈਠਾ ਤਾਂ ਜਵਾਬ ਦੇਣਾ ਹੀ ਦੇਣਾ ਹੈ ਇਹਨਾਂ ਨੇ। ਤਾਂ ਜੇ ਤੂੰ ਸੋਚੇ ਕਿ ਮੈਂ ਅੱਜ ਆਪਣੀਆਂ ਆਦਤਾਂ ਇਦਾਂ ਦੀਆਂ ਬਣਾਉਣੀਆਂ ਹੈ, ਆਪਣੀ ਕਰਨੀ ਇਦਾਂ ਦੀ ਬਣਾਉਣੀ ਹੈ ਕਿ ਅੱਜ ਤੋਂ ਕੱਲ ਨੂੰ ਮੈਂ ਹੋਰ ਜ਼ਿਆਦਾ ਸਵਸਥ ਹੋਣਾ ਹੈ, ਕੱਲ ਨੂੰ ਮੈਂ ਹੋਰ ਜ਼ਿਆਦਾ ਖੁਸ਼ ਹੋਣਾ ਹੈ। ਕਿਉਂਕਿ ਜਿੱਦਾਂ ਜਿੱਦਾਂ ਇੱਕ ਪੇੜ ਵੱਧਦਾ ਹੈ ਉਹਦੀ ਖੂਬਸੂਰਤੀ ਵੱਧਦੀ ਹੈ, ਤਾਂ ਮੈਂ ਤਾਂ ਇਨਸਾਨ ਹੈ, ਜਿੱਦਾਂ ਜਿੱਦਾਂ ਮੇਰੀ ਉਮਰ ਵਧਣੀ ਮੇਰਾ ਵੀ ਆਨੰਦ, ਮੇਰੀ ਖੂਬਸੂਰਤੀ, ਮੇਰੀ ਤਾਕਤ ਹੋਰ ਵੀ ਵਧਣੀ ਹੈ, ਵੱਧਦੀ ਹੈ ਅਗਰ ਇਨਸਾਨ ਆਪਣੀ ਸੋਚ ਨੂੰ ਪੋਜ਼ਿਟਿਵ ਰੱਖੇ। ਸਮਝਦੇ ਹੋ ਕਿ ਨਹੀਂ? ਅਸੀਂ ਇੱਕ ਘਟਨਾ ਦੱਸਣੀ, ਇੱਕ ਛੋਟਾ ਜਿਹਾ ਨਾ ਰਜਿਸਟਰੀ ਦਾ ਕੰਮ ਸੀ, ਅਸੀਂ ਤਹਿਸੀਲੇ ਗਏ ਤਾਂ ਉੱਥੇ ਤਹਿਸੀਲਦਾਰ ਬੈਠੇ ਹੋਏ ਸੀ। ਅਬ ਦੇਖਿਆ ਸਾਨੂੰ ਕੋਲ ਬਿਠਾਇਆ, ਕਹਿੰਦਾ ਮਹਾਰਾਜ ਆ ਜਾਓ। ਅਸੀਂ ਬੈਠੇ ਤਾਂ ਬੜਾ ਢਿੱਲਾ ਜਾ, ਕਹਿੰਦਾ ਮਹਾਰਾਜ, ਅਸੀਂ ਕਿਹਾ ਪੁੱਛਿਆ ਕਿਦਾ ਠੀਕ ਹੈ, ਕਹਿੰਦਾ ਜੀ ਠੀਕ ਕਿੱਥੇ, ਇੱਕ ਤਾਂ ਬਿਜ਼ੀ ਇੰਨਾ, ਉੱਪਰੋਂ ਉਮਰ ਇੰਨੀ ਹੋ ਗਈ। ਮਾਸਟਰ ਜੀ ਹੁਣੀ ਨਾਲ ਸੀ, ਕਹਿੰਦੀ ਉਮਰ ਇੰਨੀ ਹੋ ਗਈ ਹੁਣ ਤਾਂ ਥਕਾਵਟ ਹੋ ਜਾਂਦੀ ਹੈ, ਹੁਣ ਤਾਂ ਉਮਰ ਨਹੀਂ ਰਹੀ ਇੰਨੀ, ਯਾਨੀ 45 ਸਾਲ ਤੋਂ ਉੱਪਰ ਹੋ ਗਏ ਆ, ਹੁਣ ਜਾਨ ਕਿੱਥੇ ਰਹੀ, ਉਹ ਨੌਜਵਾਨੀ ਵਾਲੀ ਗੱਲ ਕਿੱਥੇ ਰਹੀ। ਏਦਾਂ ਬੈਠੇ ਦੁਖੀਆ ਹੋ ਕੇ। ਏਦਾਂ ਮਤਲਬ ਅਸੀਂ ਕਿਹਾ ਤਹਿਸੀਲਦਾਰ ਸਾਹਿਬ ਉਮਰ ਕੁਛ ਨਹੀਂ ਹੁੰਦੀ ਹੈ, ਸਭ ਕੁਝ ਤੁਹਾਡੇ ਮਾਈਂਡ 'ਚ ਹੈ। ਤੁਸੀਂ ਸੋਚੋ ਮੇਰੇ ਅੰਦਰ ਜੋਸ਼ ਹੈ, ਤੁਸੀਂ ਸੋਚੋ ਮੇਰੇ ਅੰਦਰ ਤਾਕਤ ਹੈ, ਮੈਂ ਕਰ ਸਕਦਾ ਹਾਂ। ਕਿਉਂਕਿ ਜਦੋਂ ਸੋਚ ਬਦਲਦੀ ਹੈ ਤਾਂ ਸਾਡੀ ਜ਼ਿੰਦਗੀ ਵੀ ਬਦਲ ਜਾਂਦੀ ਹੈ। ਕਮਜ਼ੋਰ ਸਮਝਾਂਗੇ ਤਾਂ ਕਮਜ਼ੋਰ ਹੋ ਜਾਵਾਂਗੇ, ਅਗਰ ਆਪਣੇ ਆਪ ਨੂੰ ਮਜ਼ਬੂਤ ਸਮਝਾਂਗੇ ਤਾਂ ਮਜ਼ਬੂਤ ਹੁੰਦੇ ਚਲੇ ਜਾਵਾਂਗੇ। ਠੀਕ ਹੈ, ਕਹੋ ਮੈਂ ਠੀਕ ਹਾਂ, ਮੈਂ ਸਵਸਥ ਹਾਂ, ਮੈਂ ਕਰ ਸਕਦਾ ਹਾਂ। ਜਿੱਦਾਂ ਹੀ ਇਹ ਗੱਲਾਂ ਸੁਣੀਆਂ ਨਾਲ ਹੀ ਸਿੱਧੇ ਹੋ ਕੇ ਬਹਿ ਗਿਆ। ਕਹਿੰਦੇ ਤਾਕਤ ਆ ਗਈ ਹੈ, ਕਹਿੰਦਾ 5 ਮਿੰਟਾਂ ਹੀ ਤੁਸੀਂ ਜਾਨ ਪਾਤੀ ਮੇਰੇ 'ਚ। ਇਹੀ ਤਾਂ ਫਕੀਰਾਂ ਦਾ ਕੰਮ ਹੈ, ਜਾਨ ਪਾਣਾ ਹੀ ਫਕੀਰਾਂ ਦਾ ਕੰਮ ਹੈ। ਸੋ ਸੋਚ ਬਦਲੋ ਤਾਂ ਜ਼ਿੰਦਗੀ ਵੀ। ਹੁਣ ਤੁਸੀਂ ਕੀ ਜਰਾ ਗੱਲ ਕਰਨੀ, ਇੱਕ ਸੋਚ ਕੇ ਦੇਖਣਾ। ਤੁਸੀਂ ਇੱਕ ਬੰਦਾ ਕੰਮ ਕਰਕੇ ਥੱਕਿਆ ਆਂਦਾ ਹੈ, ਅੱਜ ਤਾਂ ਸਾਰਾ ਦਿਨ ਬੜਾ ਕੰਮ ਸੀ, ਹੁਣ ਤਾਂ ਜਾ ਕੇ ਰੋਟੀ ਖਾ ਕੇ ਬਸ ਲੰਮੇ ਹੀ ਪੈਣਾ ਹੈ, ਹੁਣ ਜਾਨ ਨਹੀਂ ਹੈ ਸਰੀਰ 'ਚ। ਬਹਿ ਗਿਆ ਬੰਦਾ ਜਾ ਕੇ, ਅਚਾਨਕ ਖਾਣਾ ਖੁਣਾ ਖਾ ਕੇ ਹੁਣ ਤਾਂ ਰੈਸਟ ਕਰਨੀ, ਜਾਨ ਹੀ ਹੈ ਨਹੀਂ। ਅਚਾਨਕ ਦੋਸਤਾਂ ਦਾ ਫੋਨ ਆਇਆ, ਪਾਰਟੀ ਰੱਖੀ ਹੋਈ ਆ, ਵਿਆਹ ਆ, ਉੱਥੇ ਆ ਹੈ, ਉਹ ਠਹਿਰ ਮੈਂ ਹੁਣੀ ਤਿਆਰ ਹੋ ਗਿਆ। ਉਹ ਜੋਸ਼ ਕਿੱਥੋਂ ਆ ਜਾਂਦਾ ਫਿਰ? ਇਹਦਾ ਮਤਲਬ ਜੋਸ਼ ਅੰਦਰ ਹੀ ਹੈ। ਜਾਂ ਅਸੀਂ ਇੱਕ ਹੋਰ ਸਵਾਲ ਕਰੀਦਾ ਹੈ, ਅੱਜ ਵੀ ਕਾਫੀ ਜੀਵ ਨਵੇਂ, ਉਹਨਾਂ ਨੂੰ ਵੀ ਸਵਾਲ ਕਰਾਂਗੇ ਕਿ ਫਰਜ਼ ਕਰੋ ਤੁਸੀਂ ਬੜੇ ਥੱਕੇ ਹੋ, ਇੰਨੀ ਥਕਾਵਟ ਹੈ ਕਿ ਤੁਹਾਡੇ ਤੋਂ ਤੁਰਨਾ ਵੀ ਮੁਸ਼ਕਿਲ ਹੈ, ਤੁਸੀਂ ਆਪਣੇ ਘਰ ਵੱਲ ਹੌਲੀ ਹੌਲੀ ਜਾ ਰਹੇ ਹੋ ਕਿ ਹੁਣ ਤਾਂ ਕੋਈ ਚੱਕ ਕੇ ਲੈ ਜਾਵੇ, ਤਾਕਤ ਹੀ ਹੈ ਨਹੀਂ। ਹੁਣ ਤੁਸੀਂ ਅਚਾਨਕ ਕੀ ਦੇਖਦੇ ਹੋ, ਪਿੱਛੇ ਕੁੱਤਾ ਦੌੜਾ ਆ ਰਿਹਾ ਤੁਹਾਡੇ ਵੱਲ ਨੂੰ, ਤਾਂ ਹੁਣ ਤੁਸੀਂ ਕੀ ਕਰੋਗੇ? ਹੌਲੀ ਹੌਲੀ ਜਾਓਗੇ, ਆ ਜਾ ਕੁੱਤਿਆ ਫੜ ਲਾ ਲੱਤ। ਹੁਣ ਬੇਸ਼ੱਕ ਜਿੰਨੇ ਮਰਜ਼ੀ ਥੱਕੇ ਹੋਵੋ, ਜਿੰਨੀਆਂ ਮਰਜ਼ੀ ਲੱਤਾਂ 'ਚ ਦਰਦ ਹੋਣ, ਪਰ ਜਿੱਦਾਂ ਹੀ ਤੁਸੀਂ ਕੁੱਤੇ ਨੂੰ ਦੇਖਣਾ ਤੁਹਾਡੀ ਸਪੀਡ ਕੁੱਤੇ ਨਾਲ ਵੀ ਤੇਜ਼ ਹੋ ਜਾਣੀ। ਪਤਾ ਜੇ ਹੁਣ ਹੌਲੀ ਆ ਤਾਂ ਇਹਨਾਂ ਦੰਦੀ ਵੱਢ ਲੈਣੀ ਹੈ ਮੇਰੇ। ਹੁਣ ਉਹ એનર્ਜੀ ਹੈ ਕਿੱਥੇ, ਤਾਕਤ ਹੈ ਕਿੱਥੇ? ਤਾਕਤ ਤੁਹਾਡੇ ਅੰਦਰ ਹੀ ਹੈ, ਪਰ ਤੁਹਾਡਾ ਮਾਈਂਡ ਬਣ ਕੇ ਬੈਠਾ ਮੈਂ ਥੱਕ ਗਿਆ, ਮੇਰੇ ਤੋਂ ਨਹੀਂ ਹੋਣਾ, ਤਾਂ ਤੁਹਾਡੀ ਬੋਡੀ ਉਦਾਂ ਦਾ ਐਕਸ਼ਨ ਲੈਂਦੀ ਹੈ। ਤਾਂ ਜਿਸਲੇ ਪਤਾ ਹੁਣ ਖਤਰਾ ਆ ਗਿਆ, ਹੁਣ ਨਾ ਦੌੜੇ ਤਾਂ ਫਿਰ ਟੀਕੇ ਲਵਾਉਣੇ ਪੈਣੇ, ਹਸਪੀਟਲ ਲੰਮੇ ਪੈਣਾ। ਤਾਂ ਫਿਰ ਅੰਦਰੋਂ ਇੰਨੀ એનર્ਜੀ, ਦੌੜ। ਫਿਰ ਸਰੀਰ ਮੰਨ ਗਈ ਕਹਿੰਦਾ ਦੌੜ, ਤਾਂ ਸਰੀਰ ਦੌੜਨਾ। ਹੁਣ ਤੁਸੀਂ ਵੀ ਇਹੀ ਸੋਚਿਆ ਕਰੋ, ਥਕਾਵਟ ਹੋਏ ਨਾ, ਕੁਛ ਨਹੀਂ, ਇਹ ਥਕਾਵਟ ਬਾਹਰ ਦੀ ਗੱਲ ਹੈ। ਮੈਂ ਕਰ ਸਕਦਾ ਹਾਂ, ਮੇਰੀ ਜਿੰਨੀ ਸ਼ਕਤੀ ਹੈ, ਕਿਉਂਕਿ ਇਹ ਸ਼ਕਤੀ ਮੇਰੀ ਨਹੀਂ ਹੈ, ਇਹ ਸ਼ਕਤੀ ਮੈਨੂੰ ਜ਼ਿੰਦਗੀ ਦੇਣ ਵਾਲੇ ਮੇਰੇ ਪਰਮ ਸ਼ਕਤੀਸ਼ਾਲੀ ਪ੍ਰਮਾਤਮਾ ਦੀ ਹੈ। ਔਰ ਪ੍ਰਮਾਤਮਾ ਕਦੀ ਥੱਕਦਾ। ਕਹਿੰਦੇ ਬਚਪਨ ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਦੀ ਇੱਕ ਗੱਲ ਯਾਦ ਆ ਗਈ ਸਾਨੂੰ। ਬਚਪਨ ਦੇ ਵਿੱਚ ਸਵਾਮੀ ਵਿਵੇਕਾਨੰਦ ਜੀ ਗਰਮੀਆਂ ਦੇ ਦਿਨ ਵਿਹੜੇ ਵਿੱਚ ਲੇਟੇ ਹੋਏ ਆ,
ਕਿਉਂਕਿ ਪਹਿਲੇ ਸਮੇਂ 'ਚ ਨਾ ਪਰਿਵਾਰ ਵਿਹੜੇ 'ਚ ਲੇਟ ਜਾਂਦੇ ਸੀ ਰਾਤ ਨੂੰ, ਇਕੱਠੇ ਸੌ ਜਾਂਦੇ ਸੀ। ਅੱਜ ਕੱਲ ਤਾਂ ਆਪਣੇ ਆਪਣੇ ਕਮਰਿਆਂ 'ਚ, ਬੱਚੇ ਆਪਣੇ, ਪਤਾ ਨਹੀਂ ਲੱਗਦਾ ਕਿਹੜਾ ਕੀ ਕਰ ਰਿਹਾ ਹੈ। ਪਰ ਪਹਿਲਾਂ ਇੰਨਾ ਪਿਆਰ ਹੁੰਦਾ ਸੀ, ਵਿਹੜੇ 'ਚ ਬਿਸਤਰ ਲਾ ਲੈਣੇ। ਸੋ ਸਵਾਮੀ ਵਿਵੇਕਾਨੰਦ ਜੀ ਬਚਪਨ 'ਚ 12-13 ਸਾਲ ਦੀ ਉਮਰ ਸੀ, ਉਸ ਵੇਲੇ ਨਰਿੰਦਰ ਉਹਨਾਂ ਨੂੰ ਕਿਹਾ ਜਾਂਦਾ ਸੀ। ਆਪਣੇ ਬਾਪ ਨਾਲ ਲੇਟੇ ਹੋਏ ਹੈ, ਹੁਣ ਲੇਟੇ ਆ ਤਾਂ ਆਸਮਾਨ ਨੂੰ ਦੇਖ ਰਹੇ, ਆਸਮਾਨ ਤੇ ਚੰਦਰਮਾ ਵੀ ਹੈ ਤਾਂ ਥੋੜੇ ਥੋੜੇ ਤਾਰੇ ਵੀ ਨਜ਼ਰ ਆ ਰਹੇ ਹੈ। ਤਾਂ ਬਾਪ ਨੇ ਉਸ ਵੇਲੇ ਕਿਹਾ, ਬੇਟਾ ਜਾ ਕੇ ਲਾਈਟਾਂ ਬੰਦ ਕਰ ਦੇ, ਕਿਉਂਕਿ ਹੁਣ ਸੋਣਾ ਹੈ ਆਪਾਂ, ਘਰ ਦੀ ਬੱਤੀ ਲਾਈਟ ਆਫ ਕਰ ਦੇ, ਬੰਦ ਕਰ ਦੇ। ਤਾਂ ਵਿਵੇਕਾਨੰਦ ਨੇ ਜਾ ਕੇ, ਬੱਚਾ ਗਿਆ, ਕਮਰ ਦੀਆਂ ਲਾਈਟਾਂ ਬੰਦ ਕਰਤੀਆਂ ਔਰ ਆ ਕੇ ਲੇਟ ਗਏ। ਤਾਂ ਕਿ ਉਹਨਾਂ ਸਵਾਲ ਕੀਤਾ, ਪਿਤਾ ਜੀ ਆਹ ਲਾਈਟਾਂ ਬੰਦ ਹੋ ਗਈਆਂ, ਉਹ ਲਾਈਟ ਤਾਂ ਬੜੀ ਜਗਦੀ ਹੈ ਚੰਦਰਮੇ ਦੀ, ਸਮਝਦੇ ਹੋ ਕਿ ਨਹੀਂ? ਆਹ ਲਾਈਟ ਤਾਂ ਬੜੀ ਜਗਦੀ ਹੈ, ਇਹ ਨਹੀਂ ਬੰਦ ਹੁੰਦੀ। ਤਾਂ ਬਾਪ ਨੇ ਕਿਹਾ, ਬੇਟਾ ਇਹ ਪ੍ਰਮਾਤਮਾ ਦੀ ਲਾਈਟ ਹੈ, ਇਹ ਭਗਵਾਨ ਦੀ ਲਾਈਟ ਹੈ ਔਰ ਇਹ ਕਦੀ ਬੰਦ ਨਹੀਂ ਹੁੰਦੀ। ਵਿਵੇਕਾਨੰਦ ਜੀ ਕਹਿੰਦੇ, ਪਿਤਾ ਜੀ ਜਦੋਂ ਐਸੀ ਸੌਣ ਲੱਗੇ ਲਾਈਟ ਬੰਦ ਕਰ ਦਿੰਦੇ ਆ, ਤਾਂ ਕੀ ਪ੍ਰਮਾਤਮਾ ਸੌਣ ਲੱਗੇ ਆਪਣੀ ਲਾਈਟ ਨਹੀਂ ਬੰਦ ਕਰਦਾ? ਕਿਉਂਕਿ ਬੱਚਾ ਸਵਾਲ ਕਰਦਾ ਨਾ, ਪਰਮਾਤਮਾ ਸੌਣ ਲੱਗੇ ਆਪਣੀ ਲਾਈਟ ਬੰਦ ਨਹੀਂ ਕਰਦਾ? ਤਾਂ ਉਸ ਵੇਲੇ ਬਾਪ ਨੇ ਕਿਹਾ, ਬੇਟਾ ਅਸੀਂ ਸੌਂਦੇ ਆ, ਉਹ ਭਗਵਾਨ ਕਦੀ ਸੌਂਦਾ ਨਹੀਂ ਹੈ, ਇਸ ਲਈ ਸਦਾ ਉਹਦੀਆਂ ਲਾਈਟਾਂ ਆਨ ਹੀ ਰਹਿੰਦੀਆਂ। ਵਿਵੇਕਾਨੰਦ ਨੇ ਜਦੋਂ ਸੁਣਿਆ, ਕਹਿੰਦੇ ਸੱਚੀ ਭਗਵਾਨ ਕਦੀ ਸੌਂਦਾ ਨਹੀਂ ਹੈ? ਬਾਪ ਕਹਿੰਦਾ, ਨਹੀਂ ਬੇਟਾ ਉਹ ਸਦਾ ਹੀ ਜਾਗਦਾ ਹੈ। ਵਿਵੇਕਾਨੰਦ ਕਹਿੰਦੇ, ਸ਼ੁਕਰੀਆ ਪਿਤਾ ਜੀ, ਤੁਸੀਂ ਮੈਨੂੰ ਦੱਸਤਾ ਕਿ ਭਗਵਾਨ ਕਦੀ ਸੌਂਦਾ ਨਹੀਂ ਹੈ, ਤਾਂ ਹੁਣ ਮੈਂ ਜ਼ਿੰਦਗੀ 'ਚ ਕਦੀ ਡਰਨਾ ਨਹੀਂ ਹੈ, ਕਿਉਂਕਿ ਜੇ ਭਗਵਾਨ ਹਰ ਵੇਲੇ ਜਾਗਦਾ ਤਾਂ ਮੈਨੂੰ ਕਿਸੇ ਚੀਜ਼ ਤੋਂ ਡਰਨ ਦੀ ਲੋੜ ਹੀ ਕੋਈ ਨਹੀਂ। ਦੇਖੋ ਇੱਕ ਬੱਚੇ ਨੇ, ਵਿਵੇਕਾਨੰਦ ਦਾ ਵਿਵੇਕ ਕਿੰਨਾ, ਸਮਝ ਕਿੰਨੀ। ਅੱਜ ਬੰਦਾ ਬਾਪ ਜਾਗਦਾ ਹੋਵੇ, ਬੱਚਾ ਕਹਿੰਦਾ ਠੀਕ ਆ ਬਾਪ ਬੈਠਾ, ਸਮਝਦੇ ਹੋ ਕਿ ਨਹੀਂ? ਹਾਲਾਂਕਿ ਬਾਪ ਅੱਜ ਹੈ, ਕੱਲ ਨੂੰ ਪਤਾ ਨਹੀਂ ਰਹਿਣਾ ਕਿ ਨਹੀਂ ਰਹਿਣਾ। ਦੁਨੀਆ ਤੇ ਇੱਕ ਦਿਨ ਸਭ ਨੇ, ਠੀਕ ਹੈ ਬਾਪ ਦਾ ਹੌਸਲਾ ਹੁੰਦਾ ਹੈ, ਪਰ ਸਾਨੂੰ ਜਿੱਦਾਂ ਮਾਤਾ ਪਿਤਾ ਦਾ ਹੌਸਲਾ ਹੈ, ਆਪਣੇ ਮਾਲਿਕ ਤੇ, ਉਸ ਪਰਮ ਪਿਤਾ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਕਿ ਮੇਰਾ ਮਾਲਿਕ ਹਰ ਵੇਲੇ ਮੇਰੇ, ਤਾਂ ਜੇ ਉਹ ਮੇਰੇ ਨਾਲ ਹੈ ਤਾਂ ਮੈਂ ਮੁਸ਼ਕਿਲਾਂ ਤੋਂ ਡਰਨਾ ਨਹੀਂ ਹੈ, ਮੈਂ ਹਰ ਮੁਸ਼ਕਿਲ ਦਾ ਸਾਹਮਣਾ ਕਰਨਾ ਔਰ ਹਰ ਮੁਸ਼ਕਿਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ।